संगत जी, मैं नवनीत वर्मा आपके अपने चैनल गुरु बंदगी में आपका स्वागत करता हूं। संगत जी, अगर अभी तक आपने हमारे चैनल को सब्सक्राइब नहीं किया है तो चैनल को सब्सक्राइब करके हमें अपना प्यार दें, ताकि हम जब भी कोई सत्संग या साखी अपलोड करें वो आप तक पहुंच सके। संगत जी, आज हम रूड़ सिंह जी का बहुत पुराना सत्संग पहले पहर लेकर हाजिर हुए हैं। आइए बड़े प्यार से सुनते हैं जी। पहले पहरे रैन के बंजारिया मितरा हुकम पया गारंभास पहले पहरे रैन के बंजारिया मितरा हुकम पया गारंभास पहली पातशाही सतगुरु श्री गुरु नानक देव महाराज जी की बाणी है। आप इस जीव को उपदेश दे रहे हैं। यह जीव इस संसार उत्ते पैदा होके ऐश इशरत करके दुनिया के भोग भोग के जेड़ा पुरुष जन्म गवा के तुर जाता है उसनों अंतिम समय बहुत पछतावा लगता है। सारे जीवन दे विच मालक नूं भुला रहिंदा है। कदी उसदे उत्ते विश्वास नहीं है, कदी उसका ख्याल नहीं, कदी किसी साधु की संगत और सोबत च नहीं बैठा, कदी इसनों उस बारे मिलने की प्रेरणा नहीं पैदा हुई, ना इसके अंदर शौक जागया और ना ही जिस मकसद और मनोरथ लिए इसने जन्म लिया सी, ना ही अपना मकसद और मनोरथ अपने जीवन च पूरा कर सकिया। तो अज गुरु साहिब ये साडा सब का सांझा मजमून है और सारियां लई बड़ा अहम और जरूरी है, सुनने वाली चीज है। गुरु साहिब अपने ढंग नाल इस सारे जीवन का हाल इस व्यक्ति नूं, इस पुरुष नूं सुना रहे हैं, समझा रहे हैं। कहते हैं ये जीवन जिहड़ा है इसनूं 4 हिस्सियां च वंडिया जा सकता है। तो 4 हिस्से जिहड़े हैं उन्हां 4 हिस्सियां नूं एक रात्रि दे नाल तशबीह दिंदे हैं। एक रात नूं मुख रख के इस चीज़ नूं समझाउण वास्ते सानू चारे जीवन दे जिहड़े हिस्से हैं अड अड उन्हां दे बारे आप ज्ञान दिंदे हैं। इस जीव नूं की मुखातब करके कहंदे हैं, इसनूं वणजारा कह के इसनूं मुखातब करते हैं। वणजारा वो पुरुष है जिहड़ा वणज करने वास्ते इस दुनिया दे विच आया है। कैसा वणज है और कैसा वणज इसनूं करना सी, इसनूं ये सोझी नहीं। तो शब्द वल विचार के देखो, ये महात्मा किड्डे प्यार दे नाल इस जीव नूं समझा रहे हैं। तो कहते हैं 4 पहर रात्रि होती है और 4 पहर ही दिन होता है। गुरु साहिब इथे रात्रि कह के इस जीवन को समझा रहे हैं। जदों दिन दे भी 4 पहर होते हैं तो दिन क्यों नहीं कहते, रात्रि क्यों इसनूं कह के समझा रहे हैं। तो शब्द दे हर हर शब्द विच
ਕੁਝ ਨਾ ਕੁਝ ਭੇਦ ਛੁਪੇ ਹੋਏ ਹਨ, ਕੁਝ ਨਾ ਕੁਝ ਅਸਲੀਅਤ ਐਸੀ ਹੈ ਜਿਹੜੀ ਬਿਨਾਂ ਖੋਜ ਕੀਤਿਆਂ ਬਿਨਾਂ ਸਮਝਿਆਂ ਸਾਡੀ ਸੋਝੀ 'ਚ ਨਹੀਂ ਆ ਸਕਦੀ। ਤੋ ਰਾਤਰੀ ਇਸ ਵਾਸਤੇ ਕਿਹਾ ਹੈ ਕਿ ਰਾਤ ਦੇ ਸਮੇਂ ਹਨੇਰਾ ਹੁੰਦਾ ਹੈ। ਇਹ ਜਿੰਨਾ ਜੀਵਨ ਸਾਡਾ ਹੈ ਸਭ ਸਾਡਾ ਹਨੇਰੇ ਵਿੱਚ ਨਿਕਲ ਰਿਹਾ ਹੈ। ਹਨੇਰਾ ਕਿਸ ਪ੍ਰਕਾਰ ਦਾ ਹੈ? ਅਗਿਆਨਤਾ ਦਾ ਹਨੇਰਾ ਹੈ, ਵਹਿਮਾਂ ਭਰਮਾਂ ਦਾ ਹਨੇਰਾ ਹੈ। ਇਹਨਾਂ ਵਹਿਮਾਂ ਭਰਮਾਂ ਵਿੱਚ ਅਗਿਆਨਤਾ ਵਿੱਚ ਪੈ ਕੇ ਇਸ ਜੀਵ ਨੂੰ ਸੁਝਦਾ ਨਹੀਂ, ਸੋਝੀ ਨਹੀਂ ਆਉਂਦੀ ਕਿ ਮੇਰਾ ਜੀਵਨ ਜਿਹੜਾ ਹੈ ਉਹ ਕੈਸਾ ਹੈ। ਤੋ ਗੁਰੂ ਸਾਹਿਬ ਇਸ ਨੂੰ ਸਮਝਾ ਰਹੇ ਹਨ, ਇਸ ਨੂੰ ਮਤ ਦੇ ਰਹੇ ਹਨ ਕਿ ਇਹ ਜੀਵ ਜਿਸ ਵਕਤ ਇਸ ਰਾਤਰੀ ਦਾ ਪਹਿਲਾ ਪਹਿਰ ਆਰੰਭ ਹੋਇਆ ਤਾਂ ਤੂੰ ਮਾਤਾ ਦੇ ਗਰਭ ਵਿੱਚ ਆਇਆ। ਕਹਿੰਦੇ ਨੇ ਇੱਥੋਂ ਤੇਰਾ ਪਹਿਲਾ ਪਹਿਰ ਜਿਹੜਾ ਸੀ, ਤੇਰੇ ਜੀਵਨ ਦਾ ਪਹਿਲਾ ਹਿੱਸਾ ਜਿਹੜਾ ਸੀ ਆਰੰਭ ਹੋਇਆ। ਤੋ ਵਿਚਾਰ ਕੇ ਦੇਖਦੇ ਹਾਂ ਕਿ ਇਹ ਜਿੰਨੀਆਂ ਰੂਹਾਂ ਆਉਂਦੀਆਂ ਇਸ ਸੰਸਾਰ ਵਿੱਚ ਆਉਂਦੀਆਂ ਹਨ, ਕਿਆ ਸਾਰੀਆਂ ਮਾਤਾ ਦੇ ਗਰਭ ਰਾਹੀਂ ਆਉਂਦੀਆਂ ਹਨ ਜਾਂ ਇਹਨਾਂ ਦੇ ਆਉਣ ਦਾ ਕੋਈ ਹੋਰ ਸਾਧਨ ਔਰ ਹੋਰ ਤਰੀਕਾ ਵੀ ਹੈ? ਤੋ ਜਦੋਂ ਅਸੀਂ ਇਸ ਚੀਜ਼ ਦੀ ਘੋਖ ਕਰਦੇ ਹਾਂ, ਵਿਚਾਰ ਕਰਦੇ ਹਾਂ, ਤਾਂ ਗੁਰੂ ਸਾਹਿਬ ਬਾਣੀ ਵਿੱਚ ਦੱਸਦੇ ਹਨ 4 ਕਲਾਸਾਂ ਇਸ ਰਚਨਾ ਦੇ ਵਿੱਚ ਇਸ ਜੀਵਾਂ ਦੀਆਂ ਹਨ ਜਿਹੜੀਆਂ ਵੱਖ-ਵੱਖ ਤਰੀਕੇ ਦੇ ਨਾਲ ਇੱਥੇ ਜਨਮ ਲੈਂਦੀਆਂ। ਉਹ ਕਿਹੜੀਆਂ ਹਨ? ਰੋਜ਼ ਜਪਜੀ ਸਾਹਿਬ ਦੇ ਵਿੱਚ ਪਾਠ ਕਰਦੇ ਹਾਂ, ਅੰਡਜ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁਤ ਰਚ ਦੀਨੀ। ਕਹਿੰਦੇ ਨੇ ਇੱਕ ਕਲਾਸ ਉਹ ਹੈ, ਇੱਕ ਇਸ ਉਤਪਤੀ ਦਾ ਹਿੱਸਾ ਉਹ ਹੈ ਜਿਨ੍ਹਾਂ ਦੀ ਪੈਦਾਇਸ਼ ਅੰਡਿਆਂ ਰਾਹੀਂ ਹੁੰਦੀ ਹੈ, ਔਰ ਇੱਕ ਉਹ ਹਿੱਸਾ ਹੈ ਜਿਹੜੇ ਮਾਤਾ ਰਾਹੀਂ ਜਿਨ੍ਹਾਂ ਦਾ ਜਨਮ ਹੁੰਦਾ ਹੈ, ਔਰ ਮਾਤਾ ਦੇ ਗਰਭ ਵਿੱਚੋਂ ਝਿੱਲੀ 'ਚ ਲਿਪਟ ਕੇ ਉਹ ਰੂਹਾਂ ਸਰੀਰ ਧਾਰਨ ਕਰਕੇ ਬਾਹਰ ਆਉਂਦੀਆਂ ਹੈ, ਜਿਨ੍ਹਾਂ ਵਿੱਚ ਇਨਸਾਨ, ਹੈਵਾਨ ਆਦਿਕ ਸਭ ਆ ਜਾਂਦੇ ਹਨ। ਔਰ ਇੱਕ ਉਹ ਹਨ ਜਿਨ੍ਹਾਂ ਨੂੰ ਅਸੀਂ ਸੇਤਜ ਕਹਿੰਦੇ ਹਾਂ। ਸੇਤਜ ਰੂਹਾਂ ਜਿਹੜੀਆਂ ਹਨ ਉਹ ਪਰਸੇ ਨਾਲ, ਪਰਸੀਨੇ ਨਾਲ ਔਰ ਮੈਲ ਤੋਂ ਪੈਦਾ ਹੁੰਦੀਆਂ ਹਨ। ਉਹ ਕਿਸੇ ਚੀਜ਼ ਤੋਂ ਇੱਕ ਦੂਸਰੀ ਚੀਜ਼ ਪੈਦਾ ਨਹੀਂ ਹੁੰਦੀ। ਔਰ ਕੁਝ ਰੂਹਾਂ ਐਸੀਆਂ ਹਨ ਜਿਹੜੀਆਂ ਬਨਾਸਪਤੀ ਬਣ ਕੇ ਇਸ ਧਰਤੀ ਦੇ ਵਿੱਚੋਂ ਉੱਪਰ ਉੱਗਦੀਆਂ। ਤੋ ਜਦੋਂ ਅਸੀਂ ਆਪਣੇ ਵੇਦ ਸ਼ਾਸਤਰ ਪੜ੍ਹਦੇ ਹਾਂ, ਸਾਨੂੰ ਉਹਨਾਂ ਰਾਹੀਂ ਗਿਆਨ ਹੁੰਦਾ ਹੈ। ਉਹਨਾਂ ਨੇ ਪੂਰੀ ਰੋਸ਼ਨੀ ਪਾਈ ਹੈ ਕਿ ਇਹ ਰੂਹਾਂ ਇਸ ਰਚਨਾ ਦੇ ਵਿੱਚ ਕਿਵੇਂ ਆਉਂਦੀਆਂ ਹਨ ਔਰ ਕਿਵੇਂ ਵਾਪਸ ਜਾਂਦੀਆਂ। ਤੋ ਸਭ ਤੋਂ ਪਹਿਲਾਂ ਕਿ ਆਉਣ ਦਾ ਅਸੀਂ ਮਸਲਾ ਸਮਝੀਏ, ਪਹਿਲੇ ਇਹਨਾਂ ਦੇ ਜਾਣ ਦਾ ਅਸੀਂ ਮਸਲਾ ਜਿਹੜਾ ਹੈ ਉਹ ਆਪਣੀਆਂ ਅੱਖਾਂ ਅੱਗੇ ਲਿਆਉਣਾ। ਹੋਰ ਜਿਹੜੀਆਂ ਹਨ ਚੀਜ਼ਾਂ ਜਿਹੜੀਆਂ ਨੇ ਜਾਂ ਹੋਰ ਕਲਾਸਾਂ ਨੇ, ਉਹਨਾਂ ਦਾ ਤਾਂ ਜ਼ਿਕਰ ਕੀਤਿਆਂ ਬਹੁਤ ਲੰਬਾ ਵਕਤ ਹੋ ਜਾਏਗਾ। ਜੇ ਪੜ੍ਹਨਾ ਹੈ ਤਾਂ ਤੁਲਸੀ ਸਾਹਿਬ ਦੀ ਬਾਣੀ ਪੜ੍ਹੋ, ਕਬੀਰ ਸਾਹਿਬ ਦਾ ਅਨੁਰਾਗ ਸਾਗਰ ਪੜ੍ਹੋ, ਰਤਨ ਸਾਗਰ ਜਿਹੜਾ ਹੈ ਤੁਲਸੀ ਸਾਹਿਬ ਦਾ ਪੜ੍ਹੋ, ਉਹਦੇ ਵਿੱਚ ਸਾਰਾ ਗਿਆਨ ਦਿੱਤਾ ਜਾਂਦਾ ਹੈ। ਔਰ ਜੇ ਅਸੀਂ ਹੁਣ ਸਮਝਣਾ ਹੈ ਤਾਂ ਅਸੀਂ ਹੁਣ ਵੀ ਸਤਸੰਗ ਵਿੱਚ ਉਹਨਾਂ ਦਾ ਮੁਖਤਸਰ ਤੌਰ ਤੇ ਵੇਰਵਾ ਜਿਹੜਾ ਹੈ ਉਹ ਸੁਣ ਸਕਦੇ ਹਾਂ ਔਰ ਸਮਝ ਸਕਦੇ ਹਾਂ। ਤੋ ਸਭ ਤੋਂ ਪਹਿਲਾਂ ਜਿਸ ਵਕਤ ਜੀਵ ਪੁਰਸ਼ ਜਿਹੜਾ ਹੈ ਇਸ ਦੀ ਮੌਤ ਹੁੰਦੀ ਹੈ, ਕਹਿੰਦੇ ਹਨ ਇਸ ਸਰੀਰ ਵਿੱਚ ਰੂਹ ਜਿਹੜੀ ਹੈ ਇਸ ਨੂੰ ਆਪਣਾ ਘਰ ਬਣਾ ਕੇ ਬੈਠੀ ਹੈ ਔਰ ਇਸ ਸਰੀਰ ਵਿੱਚੋਂ ਥੋੜੀ ਕੀਤਿਆਂ ਨਿਕਲਣਾ ਪਸੰਦ ਨਹੀਂ ਕਰਦੀ। ਤੋ ਜਿਸ ਵਕਤ ਇਸ ਨੂੰ ਕੱਢਿਆ ਜਾਂਦਾ ਹੈ, ਇਸ ਨੂੰ ਹੱਡ ਕੜਕਾ ਕੇ ਜਿੰਨੀਆਂ ਕੋਸ਼ੜੀਆਂ 72,000 ਇਸ ਸਰੀਰ ਦੇ ਅੰਦਰ ਹਨ, ਸਾਰੀਆਂ ਕੋਸ਼ੜੀਆਂ 'ਚ ਇਹ ਜਮਾਂ ਤੋਂ ਡਰਦੀ ਲੁਕਦੀ ਹੈ।
ਲੇਕਿਨ ਜਦੋਂ ਜੰਮ ਲੈਣ ਵਾਸਤੇ ਆਉਂਦੇ ਹਨ, ਇਸ ਨੂੰ ਡਰਾਉਂਦੇ, ਇਹ ਕਦੀ ਡਰਦੀ ਕਿਸੇ ਕੋਹੜੀ 'ਚ ਜਾਂਦੀ, ਕਦੀ ਕਿਸੇ 'ਚ ਜਾਂਦੀ ਹੈ, ਜਿਹਦੇ ਵਿੱਚੋਂ ਨਿਕਲਦੀ ਹੈ ਨਾਲ ਨਾਲ ਢਾਈ ਜਾਂਦੇ ਹੈ। ਔਰ ਜਦੋਂ ਇਹਨੂੰ ਕੋਈ ਰਾਹ ਨਹੀਂ ਲੱਭਦਾ ਤਾਂ ਫਿਰ ਇਹ ਉੱਪਰ ਨੂੰ ਆਉਂਦੀ ਹੈ, ਥੱਲੇ ਦਾ ਸਰੀਰ ਸਾਰਾ ਟੱਟ ਜਾਂਦਾ ਹੈ। ਇਸ ਦੇ ਟਿਕਣ ਦੇ ਵਾਸਤੇ ਕੋਈ ਆਸਰਾ ਨਹੀਂ ਰਹਿੰਦਾ। ਔਰ ਜਿਸ ਵਕਤ ਇਹ ਉੱਪਰ ਆਉਂਦੀ ਹੈ ਤਾਂ ਇਹ ਸਰੀਰ ਨੂੰ ਛੱਡ ਕੇ ਅਲੱਗ ਹੋ ਜਾਂਦੀ। ਤੋ ਇਹ ਸ਼ਾਸਤਰਾਂ ਦਾ ਕਥਨ ਹੈ, ਜਦੋਂ ਸਰੀਰ ਨੂੰ ਛੱਡ ਕੇ ਅਲੱਗ ਹੁੰਦੀ ਹੈ, ਸਰੀਰ ਨਾਲੋਂ ਮੋਹ ਫਿਰ ਵੀ ਨਹੀਂ ਛੱਡਦੀ। ਇਸੇ ਵਾਸਤੇ ਸੰਤ ਮਹਾਤਮਾ ਕਹਿੰਦੇ ਹਨ, ਅਗਰ ਕੋਈ ਪ੍ਰਾਣੀ ਚੋਲਾ ਛੱਡ ਰਿਹਾ ਹੋਵੇ ਤਾਂ ਕਹਿੰਦੇ ਨੇ ਅਸੀਂ ਤਾਂ ਇੰਨੇ ਬੇਸਬਰੇ ਹਾਂ ਕਿ ਉਸਦੀ ਮੌਤ ਵੀ ਚੰਗੇ ਢੰਗ ਨਾਲ ਨਹੀਂ ਹੋਣ ਦਿੰਦੇ। ਉਹ ਅਜੇ ਮਰ ਰਿਹਾ ਹੈ, ਇਸ ਸਰੀਰ ਨੂੰ ਛੱਡ ਰਿਹਾ ਹੈ, ਅਸੀਂ ਚੀਕਾਂ ਚਾਂਗਰਾਂ ਉਸੇ ਵੇਲੇ ਮਾਰਨੀਆਂ ਸ਼ੁਰੂ ਕਰ ਦਿੰਦੇ ਹਾਂ, ਉੱਚੀ ਉੱਚੀ ਰੋਂਦੇ ਹਾਂ, ਦੁਹਾਈ ਪਾਉਂਦੇ ਹਾਂ। ਉਹ ਅਜੇ ਸਭ ਕੁਝ ਸਮਝਦਾ ਹੈ, ਵੇਖਦਾ ਹੈ, ਕਰਦਾ ਹੈ। ਉਸ ਦੇ ਰਸਤੇ ਵਿੱਚ ਅਸੀਂ ਰੋਕ ਪਾਉਂਦੇ ਹਾਂ, ਉਸ ਦੀ ਰੂਹ ਔਰ ਆਤਮਾ ਨੂੰ ਹੋਰ ਅਸੀਂ ਦੁਖੀ ਕਰਦੇ ਹਾਂ। ਤਾਂ ਇਸ ਵਾਸਤੇ ਸੰਤ ਮਹਾਤਮਾ ਕਹਿੰਦੇ ਹਨ, ਚੋਲਾ ਛੱਡਣ ਦੇ ਕਮ ਸੇ ਕਮ 4-5 ਮਿੰਟ ਤੱਕ ਕਿਸੇ ਨੂੰ ਚੀਕ ਨਹੀਂ ਮਾਰਨੀ ਚਾਹੀਦੀ, ਕਿਸੇ ਨੂੰ ਰੋਣਾ ਨਹੀਂ ਚਾਹੀਦਾ। ਔਰ ਉਸ ਨੂੰ ਸ਼ਾਂਤੀ ਨਾਲ ਉਸ ਆਤਮਾ ਨੂੰ ਆਪਣਾ ਰਸਤਾ ਤਲਾਸ਼ ਕਰਨਾ ਚਾਹੀਦਾ ਹੈ, ਜਿਸ ਪਾਸੇ ਉਹ ਜਾਣੇ ਆਪਣੀ ਸੋਚ ਵਿਚਾਰ ਨਾਲ ਜਾ ਸਕੇ। ਜਦ ਅਸੀਂ ਚੀਕਾਂ ਮਾਰਦੇ ਹਾਂ ਉਹ ਕਿਸੇ ਪਾਸੇ ਨਹੀਂ ਜਾਂਦੀ ਔਰ ਸਰੀਰ ਦੇ ਨਾਲ ਰਹਿੰਦੀ ਹੈ, ਸਰੀਰ ਦਾ ਸਾਥ ਨਹੀਂ ਛੱਡਦੀ, ਸਰੀਰ 'ਚ ਵਾਪਸ ਜਾਣ ਦੀ ਕੋਸ਼ਿਸ਼ ਕਰਦੀ ਹੈ। ਜਿਸ ਵਕਤ ਅਸੀਂ ਇਸ ਸਰੀਰ ਨੂੰ ਧੁਲਾ ਕੇ ਫੱਟੇ ਤੇ ਪਾ ਕੇ ਸ਼ਮਸ਼ਾਨ ਘਾਟ ਵੱਲ ਲੈ ਜਾਂਦੇ ਹਾਂ ਤਾਂ ਵੀ ਰੂਹ ਸਾਡੇ ਸਰੀਰ ਦਾ ਸਾਥ ਕਰ ਰਹੀ ਹੈ, ਤਾਂ ਵੀ ਨਾਲ ਨਾਲ ਜਾਂਦੀ ਹੈ। ਜਿਸ ਵਕਤ ਅਸੀਂ ਕਿਸੇ ਪ੍ਰਾਣੀ ਦੀ ਲੋਥ ਨੂੰ ਚਿਖਾ ਵਿੱਚ ਰੱਖ ਦਿੰਦੇ ਹਾਂ ਤਾਂ ਵੀ ਆਤਮਾ ਪਿਛਾਂਹ ਨਹੀਂ ਜਾਂਦੀ, ਤਾਂ ਵੀ ਆਤਮਾ ਕੋਲ ਹੁੰਦੀ ਹੈ ਔਰ ਇਸ ਸਰੀਰ ਵੱਲ ਤੱਕਦੀ ਹੈ। ਜਿਸ ਵਕਤ ਸੜਦਾ ਹੈ ਔਰ ਇਹ ਲੂਸ ਜਾਂਦਾ ਹੈ, ਬਿਲਕੁਲ ਮਿੱਟੀ ਹੋ ਜਾਂਦਾ ਹੈ, ਤਾਂ ਫਿਰ ਸੋਚਦੀ ਹੈ ਵੀ ਹੁਣ ਇਹਦੇ ਵਿੱਚ ਜਾ ਨਹੀਂ ਸਕਦੀ, ਹੁਣ ਕਿਹੜੇ ਪਾਸੇ ਜਾ। ਤਾਂ ਉਸ ਵਕਤ ਬਹੁਤ ਸਾਰੀਆਂ ਰੂਹਾਂ ਜਿਹੜੀਆਂ ਬਾਹਰ ਮੁਖੀ ਸਤੋਗੁਣੀ ਅੰਸ਼ ਦੀਆਂ ਹੈ, ਜਿਹੜੀਆਂ ਕੋਈ ਚੰਗੇ ਧਰਮ ਕਰਮ ਕਰਦੀਆਂ ਰਹੀਆਂ ਹਨ, ਉਹਨਾਂ ਦਾ ਪਿਆਰ ਅਗਨੀ ਨਾਲ ਹੁੰਦਾ ਹੈ ਔਰ ਉਹ ਅਗਨੀ ਜਿਹੜੀ ਹੈ ਉਸ ਦਾ ਸੰਬੰਧ ਸੂਰਜ ਨਾਲ ਹੁੰਦਾ ਹੈ। ਸੂਰਜ ਵੀ ਅਗਨੀ ਦੀ ਨਿਆਈ ਹੈ। ਜਿਸ ਚੀਜ਼ ਦੇ ਨਾਲ ਉਹਨਾਂ ਦਾ ਸੰਬੰਧ ਹੈ, ਅਗਨੀ ਨਾਲ ਸੰਬੰਧ ਹੈ, ਉਹ ਰੂਹਾਂ ਸਿੱਧੀਆਂ ਸੂਰਜ ਲੋਕ 'ਚ ਚਲੀਆਂ ਜਾਂਦੀਆਂ ਔਰ ਜਿਹੜੀਆਂ ਕਹਿੰਦੇ ਰਜੋਗਣੀ ਸੁਭਾਅ ਰੱਖਣ ਵਾਲੀਆਂ ਰੂਹਾਂ ਹੈ, ਉਹਨਾਂ ਦਾ ਸੰਬੰਧ ਪਾਣੀ ਨਾਲ ਹੁੰਦਾ ਹੈ। ਤੋ ਜਿਹੜਾ ਉਸ ਚਿਖਾ ਦੇ ਵਿੱਚੋਂ ਧੂੰਆਂ ਨਿਕਲਦਾ ਹੈ, ਉਸ ਵਿੱਚ ਪਾਣੀ ਹੁੰਦਾ ਹੈ, ਪਾਣੀ 'ਚ ਠੰਡਕ ਹੁੰਦੀ ਹੈ, ਉਹਨਾਂ ਦਾ ਸੰਬੰਧ ਸਿੱਧਾ ਚੰਦਰਮਾ ਨਾਲ ਹੁੰਦਾ ਹੈ। ਉਹ ਰੂਹਾਂ ਚੰਦਰ ਲੋਕ 'ਚ ਚਲੀਆਂ ਜਾਂਦੀਆਂ ਔਰ ਕੁਝ ਰੂਹਾਂ ਐਸੀਆਂ ਹਨ, ਇਹ ਆਪਣੇ ਸ਼ਾਸਤਰਾਂ ਦਾ ਗਿਆਨ ਦੇ ਰਿਹਾ ਹੈ, ਜੋ ਕੁਛ ਅਸੀਂ ਪੜ੍ਹਦੇ ਹਾਂ, ਵਿਚਾਰਦੇ ਹਾਂ। ਤੋ ਉਹ ਕੁਝ ਰੂਹਾਂ ਐਸੀਆਂ ਹਨ ਜਿਹੜੀਆਂ ਉਸ ਚਿਖਾ ਦੀ ਮਿੱਟੀ ਨਾਲ, ਸੁਆਹ ਨਾਲ ਮਿਲ ਜਾਂਦੀਆਂ। ਉਹ ਰੂਹਾਂ ਜਿਹੜੀਆਂ ਹਨ ਉਹਦੇ ਨਾਲ ਹੀ ਮਿਲੀਆਂ ਰਹਿੰਦੀਆਂ ਹਨ ਔਰ ਉਹ ਰੂਹਾਂ ਕੁਚੀਲ ਹੁੰਦੀਆਂ ਹਨ, ਤਮੋਗੁਣੀ ਅੰਸ਼ ਦੀਆਂ ਹੁੰਦੀਆਂ ਹਨ, ਗੰਦਗੀ ਨਾਲ ਪਿਆਰ ਕਰਦੀਆਂ ਹਨ, ਇਸ ਵਾਸਤੇ ਮਿੱਟੀ ਦਾ ਮੋਹ ਨਹੀਂ ਛੱਡਦੀਆਂ। ਤੋ ਉਹੀ ਰੂਹਾਂ ਜਿਹੜੀਆਂ ਹਨ ਬਨਸਪਤੀ ਦੇ ਵਿੱਚ ਨਹੀਂ, ਉਹ ਰੂਹਾਂ ਸੇਤਜ ਕਹਿ ਲਓ, ਜਿਸ ਨੂੰ ਪ੍ਰਸੇ ਕਹਿੰਦੇ ਹਨ, ਪਰਸੀਨਾ ਕਹਿੰਦੇ ਹਨ। ਤੋ ਜਦ ਧਰਤੀ ਨੂੰ ਪਸੀਨਾ ਆਉਂਦਾ ਹੈ, ਉਸ ਵਕਤ ਗੋਡੋਇਆਂ ਦੀ ਰੂਪ ਵਿੱਚ, ਬੀਰ ਬੋਟੀਆਂ ਦੀ ਰੂਪ ਵਿੱਚ, ਇਹ ਜਿਹੜੇ ਪਤੰਗੇ ਔਰ ਭਬੱਕੜ ਹਨ ਇਹਨਾਂ ਦੇ ਰੂਪ ਵਿੱਚ, ਭਵੀਰੀਆਂ ਦੇ ਰੂਪ ਵਿੱਚ, ਉਹ ਧਰਤੀ ਦੇ ਵਿੱਚੋਂ ਆਪਣੇ ਆਪ ਹੀ ਉੱਗਦੀਆਂ
और वो निकल के पईयां फिरदियां हैं, क्योंकि कुचील हुंदियां हैं। आदमी जे 4 दिन ना नहावे, पसीना आ जाए, मुड़का आ जाता है, क्योंकि वो गंद नाल प्यार करदियां हैं, गंदियां हुंदियां ने, कुचील हुंदियां ने। जिथे उन्होंने मैल लभदी है ਉਹਦੇ ਵਿੱਚ ही समा के उस नूं खाण वास्ते वो उत्थे ही अपना शरीर धारण कर लैंदियां है। ਇਹ ਜਿਹੜੀਆਂ ਜੂਆਂ हैं, चमजूआं हैं, चिचड़ हैं, जो कुछ भी ये पैंदे हैं, ये ਉਹੋ रूहां हैं ਜਿਹੜੀਆਂ धरती ਦੇ ਉੱਤੇ ਰਹਿ ਗਈਆਂ और ਜਿਹੜੀਆਂ धरती ਦੇ ਉੱਤੇ ਪਈਆਂ ਫਿਰਦੀਆਂ। ਇਹ ਉਹ रूहां हैं ਜਿਹੜੀਆਂ भोग भोगण वास्ते तवीत बना के लोग किसी ਨੂੰ दे दिंदे हैं और वो ਉਹਦੇ अंदर बोलदियां हैं, बैठ के भोग भोगदियां। तो इसे तरीके दे नाल ਜਿਹੜੀਆਂ सूरज और चंद्र लोक विच रूहां जांदियां हैं, जिस वक्त बारिश होंदी है वो बारिश के पानी नाल मिल के सूरज दीयां छावां नाल मिल के इस धरती ते उतरदियां हैं और वो बनस्पति बन के उगदियां हैं। जब बनस्पति बन के उगदियां हैं, सूरज की तपिश के नाल वो परवरिश पांदियां हैं, चंद्रमा की तपिश के नाल, चंद्रमा की ठंडक नाल उन्हां नूं फल मिलता है। वो जिन्ने फल हैं, तुसी फसल वेख लो, कणक का खेत तुसी देख लो, एक एक दाने विच एक एक आत्मा जिहड़ी है उस मालिक ने रखी हुई है। गुरु साहब बाणी विच कहंदे ने, जेते दाने अन्न के जियां बाज न कोई। जिन्ने दाने अन्न दे हैं ਉਹਦੇ हर दाने दे विच कोई ना कोई आत्मा जिहड़ी है बैठी है। और कहते ने वो दाने जिस वक्त किसान खेत विचों लियाउंदा है तो विचार के देखो सारे दाने खेत चों लिया नहीं सकता। कुछ दाने तो उत्थे खिलर जाते, खेत विच खिलर जाते हैं, कुछ बोरियां रस्ते राह दे विच रस्तियां दे विच खिलर जाते हैं, बोरियां पाटियां होण जां खुल जाण। कुछ दाने जिहड़े घर लियाउंदा है वो जानवरां नूं वंडियां च भी खवा दिंदा है। कुछ दाने जिहड़े हैं वो बाकी जिहड़े ने वो आदमी दे हिस्से आउंदे हैं वो खांदा है। तो जिहड़े दाने कीड़े मकौड़े चुग के लै गए, जिहड़ियां रूहां उन्हां राहीं उन्हां दे पेट विच गईयां, वो कीड़े मकौड़े बन के इस रचना ते जन्म लिया। आपो अपने कर्मां दा हिसाब है। जिथे जिथे किसी की आशा और जिथे जिथे ख्वाहिश है, दाने दाने उत्ते मोहर लिखी होंदी है कि ये दाना किहड़े जीव ने खाना है और ये किहड़े दे हिस्से आउणा है। तो कहते ने जिहड़े दाने कीड़े मकौड़े खांदे हैं वो रूहां कीड़ियां मकौड़ियां दे रूप विच बाहर आउंदियां हैं। जिहड़े दाने पंछी चुग के लै जांदे हैं वो दाने जिहड़े हैं वो रूहां पंछियों के रूप धारण करके बाहर आउंदियां हैं। जिहड़े दाने हैवान खा जाते हैं वो मझां, गाइयां, घोड़े, ऊठ आदि जिहड़े हैं वो उन्हां दे रूप विच आ जांदियां हैं। और जिहड़े दाने जिहड़े हैं इंसान खांदा है वो भागां वाले हैं। वो दाने जिहड़े हैं वो इंसान दे पेट विच जद बाहर हो के आउंदे हैं तो वो इंसान का ही रूप धर के बाहर आते हैं। तो ये सारिया रूहां जिहड़ियां हैं इस तरीके दे नाल वंडियां जांदियां। और दाने दाने ते मोहर है, किहड़ा दाना किसी कीड़े ने खाना है, किहड़ा दाना पंछी ने चुगना है, किहड़ा दाना हैवानां दे वंडे आउणा है, किहड़ा दाना इंसान ने खाना है। गुरु नानक साहब ने भी मरदाने नूं यही उपदेश दिता सी कि ऐ मरदानिया, एक एक दाने दे उत्ते उस मालिक ने मोहर लाई हुई है। तो मरदाना इस गल नूं समझ ना सकिया। एक बार गुरु साहब और मरदाना, ये रवायत है कि जंगल विच दी गुजर रहे सन। एक मक्की का दाना जिहड़ा सी वो डिग्गा होया मरदाने ने देखिया, एकदम हाथ जोड़ के गुरु साहब नूं खड़ा किया, सच्चे पातशाह, सच्चे पातशाह। कहते हाँ भाई, भला आ जिहड़ा दाना पिया होया है वेखो खा इहदे ते किहदी बोर लगी हुई है। हुण महात्मा त्रैकालदर्शी हुंदे हैं। कहंदे ने मरदानिया, ये दाना इत्थों लागे ही एक पिंड है, उस पिंड विच एक कुक्कड़ है।
उसकी मोहर इस दाने उत्ते लगी हुई है। कहता जे तुहाडी ये थ्योरी मैं हुणे ही गलत कर दवां ते फिर भला की करोगे? भला ये दाना कुक्कड़ नूं खाण ही ना दवां ते कहता की करें? अगे मैं खा जाना है। मैनू ये नहीं पता, तू मैनू मोहर पढ़न वास्ते कहा सी, मैं तेनों मोहर पढ़ दी है। ये नहीं पता भी हुण तू खाना है कि कुक्कड़ ने खाना है, पर मोहर कुक्कड़ की लगी हुई। कहता लो फिर कुक्कड़ की मोहर तोड़न लगा जे मैं फड़ के दाना जिहड़ा सी जिस ते ऐ मूँह दे विच पाया, वो मूँह च ते ना पिया, जिहड़ी नक दीयां नासां नाड़ां अंदर मोरियां हैं उन्हां दे विच तां चढ़ गया। हुण जिस वे चढ़ गया तो दवे दुख। कहता जी वो दाना संग च नहीं जे गया, वो नक दीयां मोरियां च चढ़ गया जे। ते कहते ने फिर कहते बड़ा दर्द कर दिया, मैं बथेरा खंघदा हाँ, वो नहीं निकलता। कहते फिर तू पराई खुराक जू खा लेगी, वो हुण किस तरह तेरे अंदर जावे, ना निकलनी है ते ना वो तेरे ठां ही जानी है, उन तां तैनूं दुख ही देना। नहीं सच्चे पातशाह मैं भुल गया, मैनू कढ़ दिओ दाना जिहड़ा है मेरे कढ़ दिओ। कहते भाई इत्थे मेरे को कोई चिमटी नहीं, कोई होर चीज़ नहीं जिहड़ा मैं पा के तो उसनूं फड़ के कढ़ देवां। चलते हाँ नाल दे पिंड, उस पिंड दे विच कोई वेखदे हाँ भी जे कोई जरा वगैरह होया तो उन्होंने कह के ते तेरा कढ़ा दिंदे हाँ। तो बेचारा रोंदा धोंदा हाय हाय करदा, नक्कों पानी, अखों पानी, मूँहों पानी। कहते बुरे हाल समझ लो उस पिंड दे विच 2 को 3 को पैंडा करके आया। तो जिस पिंड विच वड़िया अजे बाहर ही सी, जोर की छिक जो आई तो दाना निकल के फटक करता और सामने जा पिया। जिहे डिग्गा वो रूड़ियां ते कुक्कड़ चुगन डे सी, एक ने ज्यों सूट वट्टी वो दाना चुक के लै गया। कहते सच्चे पातशाह दाना निकल गया और वह कुक्कड़ लै गया जे। कहते जी दी खुराक सी लै गया है, तू तो हुण सौखा हो गया ना? कहता जी हाँ सौखा हो गया। तो कहने का भाव ये है कि ये कायनात एवें नहीं बन गई, इसका हर एक जीव का श्वास ग्रास सब लेखे विच है। ये भुला होया है भी खबरे कोई ये गल जिहड़ी है उस बालक की सोझी विच है कि नहीं है। कहते ये बिल्कुल ये इस वहम विच भुला होया है। इस रचना की कोई चीज़ भी उस परमेश्वर की निगाह तो लांभे नहीं है। ये जो पाप करता है, गुनाह करता है, खोटे कर्म करता है, सोचता है मैनू कोई नहीं देखता, पर जिहड़ा इहदा हिसाब लिखण वाला है, लेखा करन वाला है, वो तो इनू एक पल लिए भी मुआफ नहीं करता। तो गुरु साहब कहते ने ऐ प्यारी आत्मा, पहला पैर जिस वक्त तेरे दे आरंभ होया तो तू माता के गर्भ विच आई। तो जिस वक्त माता के गर्भ विच आई, कहते वो समा तेरे वास्ते सुख दा सी कि दुख दा सी। लै मैं तेनों वो कहानी पहला सुनाना है, तू सुन अगे की कहते अगे सुनो। पहले पहरे रैन के वन जा रहा मित्रा, हुकम पया गार भास, और ताप करे बन जा रहा मित्रा, खसम सेती अरदास। कहते गर्भ विच है, गर्भ भी एक नरक है, गुरु साहब फरमा रहे हैं। कहते ऐ जीव गर्भ दे विच, उस नरक दे विच कहते ने 9 महीने 10 महीने तेनों उल्टा लटकना पिया। तो पुट्ठा लटकना पिया। वो तप जिहड़ा सी, उस तप दे सदका ये आत्मा का ख्याल जिहड़ा सी उस वक्त अंदर शब्द नाल जुड़िया होया सी। तो उस गर्भ दे विच जिहड़ा शब्द नाल जुड़िया होया सी,
उस सदका ही ये आत्मा उस दुख नूं सहार के कहते गर्भ दे विच उल्टी लटकी रही। अजे भी कई फकीर जिहड़े हैं वो इसे थ्योरी नूं मुख रख के किसी खूह दे विच पुट्ठा लटके 40-40 दिन की पक्की तपस्या करते भई उदों जो मालक जिहड़ा सी पुट्ठे लटक के उदों शब्द खुला आया सी, शब्द नाल जुड़े हुए सां। जे हुण भी 40 दिन पुट्ठे लटक जाइए तो शायद फिर साडे उत्ते मालक दया कर देवे और फिर असी मालक नाल जुड़ जाइए। ये असल थ्योरी ओह ही चलती तुरी आउंदी है। तो कहते ने एक जगह आउंदा है, सिर तले पैर उपरे वसंदो को हथड़े थाई। ऐ जीव तेरा सिर थले सी, पैर तेरे ऊपर सन और कुहथड़ा था। कुहथड़ा उसनों कहते ने जिसनों कोई हर कोई घृणा करे, जिस ते को हाथ ला के राजी ना होवे। अगर किसी का हाथ लग जाता है तो साबन के नाल धो के जिन्ना चिर तक साफ नहीं करता उस हाथ नाल कोई चीज खाता नहीं है। इस वास्ते कुहथड़ा था कहते ने ये क्यों? ये तेरे पापां का नतीजा है। सिर तले पैर उपरे वसंदो कुहथड़े थाई, नानक से धरी क्यों विसारिया उधरे जिसते नाई। जे तो किते जीवदा पहले जन्म विच भगती कर लेंदा तो जन्म मरण चों ही निकल जाता। अज इस गर्भ दे विच औखे हो के तेनों इन्ना समा ना गुजारना पैंदा। विचार के देखो, हजूर महाराज जी वड्डे फरमाया करते सन, जिस वक्त रूहां नूं लैके मैं अंदर जाना हाँ और गुजरदा हाँ, बड़े बड़े योगी जिन्हां दे नाम मैं लै नहीं सकता, वो आके मेरे अगे हाथ जोड़ते ने भी सानू भी इन्हां रूहां दे नाल उपर लै चलो। तो मैं कहना हाँ भी कुदरत के कानून के मुताबिक पहला मात लोक विच जन्म लो, जन्म लोगे फिर मैं तुहानू नाम देवांगा, फिर जिस तरह इन्हां रूहां नूं ले जांदा हाँ तुहानू भी उपर लै जावांगा। कहते ये काम ना करो, असी गर्भ विच देख के भै खा रहे हाँ, डरदे हाँ, असी गर्भ विच नहीं आना चाहते, बगैर जन्म दित्तिया सानू उत्ते ले जाओ। कहते कुदरत का कानून नहीं है, जिन्ना चिर तक इस कानून नूं तुसी ना अपनाओगे उन्ना चिर तक मैं तुहाडी कोई मदद नहीं कर सकता। तो विचार के देखो, उन्हां देशां दे विच वो रूहां जिहड़ियां ने अटकियां पईयां हैं, जिन्ना चिर तक जन्म नहीं लेंदियां उन्ना चिर तक संत उन्हां दे उत्ते दया नहीं करते। ये कुदरत का असूल है। तो ये शुभ कर्म समझिए कि असी जन्म लै चुके, वो मरहला गवाच गया, तगा फिर साडे वास्ते इहो जिहे कई नरक होणगे जिन्हां दे विच दी हो के सानू गुजरना पएगा और फिर सानू आके जन्म लेना पएगा। कहते ने ये जिहड़ा 84 लाख जून है, कहते ने इहदे विच जीव आहिस्ता आहिस्ता तरक्की करता है। पहला बनस्पति विच आउंदा है, फिर कीड़ियां मकौड़ियां च आउंदा है, फिर पंछियां च आउंदा है, फिर हैवानां च आउंदा है और फिर किते जाके इंसानां दा जन्म आउंदा है। होर किसी जूनी नूं ये मालक ने रियायत नहीं दिती कि वह मालक नाल मिल सके। केवल अगर ये रियायत है तो इंसान के जामे नूं है, लेकिन इंसान का जन्म लैके बाहर के नशियां दे विच, बाहर के रसां कसां विच, बाहर के लालच और लोभ विच इन्ना ग्रसिया गया है, मालक नूं भी भुल के बैठ गया है। इस वास्ते महात्मा जद जद आउंदे हैं, बार बार मत दिंदे हैं, बार बार समझाउंदे हैं। सोचो ना साडे पासों कोई तनख्वाह लेंदे हैं, ना साडे को रुपया ते लई इस चीज़ का मंगते हैं और मुफ्त विच साडी सेवा करते हैं, अपना वक्त भी गवाउंदे हैं और दिन रात पर उपकार करने विच लगे हुए हैं। उन्हां नूं की पई हुई है, जदों असी किसी का काम करते हाँ एकदम उजरत मंगते हाँ भी इन्ने पैसे दें तो तां तेरा काम हो जाता है। वो एडी वड्डी दात बख्शते हैं, ये इवज विच साडे पासों लैंदे की ने? वो अपनी रोटी कमा के आप खाते हैं, अपना जीवन चंगा मंदा आप गुजारते हैं, लेकिन वो परोपकार करने वास्ते आते हैं। बाणी विच आउंदा है,
ਜਨ ਪਰ ਉਪਕਾਰੀ ਆਏ, ਜੀਆ ਦਾਨ ਦੇ ਭਗਤੀ ਲਾਏ ਤੇ ਹਰਸ਼ ਲੈਣ ਬੁਲਾਏ। ਉਹ ਜਿਹੜੇ ਗੁਰਮੁਖ ਜਨ ਹੈ ਉਹ ਸੰਸਾਰ ਵਿੱਚ ਸਿਰਫ ਪਰ ਉਪਕਾਰ ਕਰਨ ਵਾਸਤੇ ਆਉਂਦੇ ਹੈ। ਉਹ ਇਹ ਜਿਹੜੀਆਂ ਰੂਹਾਂ ਹੈ, ਮਿਰਤਕ ਰੂਹਾਂ ਜਿਹੜੀਆਂ ਹੈ, ਇਹ ਰੂਹਾਂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਵੀ ਸਰੀਰਾਂ 'ਚ ਬੈਠੀਆਂ ਹਨ, ਇਹ ਜਿਉਂਦੀਆਂ ਜਾਗਦੀਆਂ ਹਨ। ਕਹਿੰਦੇ ਜਿਉਂਦੀਆਂ ਜਾਗਦੀਆਂ ਨਹੀਂ ਹੈ, ਇਹ ਸਭ ਮੁਰਦਾ ਹੈ। ਸੰਤ ਮਤ ਦੇ ਖਿਆਲ ਦੇ ਮੁਤਾਬਕ ਸਭ ਮਰੀਆਂ ਪਈਆਂ। ਇਹਨਾਂ 'ਚੋਂ ਕਿਹੜੀਆਂ ਜਾਗਦੀਆਂ ਹਨ? ਕਹਿੰਦੇ ਜਿਹੜੀਆਂ ਹਿਲਦੀਆਂ ਜੁਲਦੀਆਂ ਹਨ, ਜਿਹੜੀਆਂ ਸੁਲਗਦੀਆਂ ਹਨ, ਜਿਹੜੇ ਇਸ ਗੱਲ ਦਾ ਗਿਆਨ ਦਿੰਦੀਆਂ ਹਨ ਵੀ ਇਹਨਾਂ ਵਿੱਚ ਜਾਨ ਹੈ, ਤਦੇ ਹਿਲਦੀਆਂ ਜੁਲਦੀਆਂ। ਅਸੀਂ ਸੰਸਾਰ ਦੇ ਜੀਵ ਪੁਰਾਣੀਆਂ ਲੀਆਂ ਦੇ ਫਕੀਰ ਬਣ ਕੇ ਜੋ ਭਗਤੀਆਂ ਸਾਨੂੰ ਪਿਛਲੇ ਸਾਡੇ ਦੱਸਦੇ ਦਸਾਉਂਦੇ ਆਏ, ਅਸੀਂ ਉਹਨਾਂ ਵਿੱਚ ਹੀ ਮਾਵ ਹੋ ਕੇ ਸਿਰ ਸੁੱਟ ਕੇ ਨਜ਼ਰਾਂ ਨੀਵੀਆਂ ਪਾ ਕੇ ਕਹਿੰਦੇ ਬਿਨਾਂ ਸੋਚੇ ਸਮਝੇ ਤੁਰੇ ਜਾ ਰਹੇ ਹਾਂ। ਇਹ ਪਤਾ ਨਹੀਂ ਕਿੱਧਰ ਤੁਰੇ ਜਾ ਰਹੇ ਹਾਂ, ਕੀ ਕਰ ਰਹੇ ਹਨ, ਕੀ ਲਾਭ ਪਹੁੰਚ ਰਿਹਾ ਹੈ, ਕਦੀ ਅਸੀਂ ਖੜੋ ਕੇ ਵਿਚਾਰਦੇ ਨਹੀਂ ਹਾਂ। ਤੋ ਜਿਹੜੀਆਂ ਰੂਹਾਂ ਵਿਚਾਰਦੀਆਂ ਹੈ, ਜਿਹੜੀਆਂ ਰੂਹਾਂ ਖੋਜੀ ਹਨ, ਜਿਨ੍ਹਾਂ ਦੇ ਅੰਦਰ ਤੜਪ ਹੈ, ਤਲਾਸ਼ ਹੈ, ਉਸ ਮਾਲਕ ਦੇ ਨੂੰ ਮਿਲਣ ਦੀ ਜਿਉਂਦੇ ਜੀ ਤਲਾਸ਼ ਹੈ, ਕਹਿੰਦੇ ਉਹ ਹਿਲਦੀਆਂ ਜੁਲਦੀਆਂ ਨੇ, ਤੜਪਦੀਆਂ ਨੇ। ਉਹ ਕੀ ਕਰਦੀਆਂ ਨੇ? ਕਹਿੰਦੇ ਕੋਈ ਤੀਰਥਾਂ 'ਤੇ ਜਾਂਦਾ ਹੈ, ਕੋਈ ਗੁਰਦੁਆਰਿਆਂ 'ਚ ਜਾਂਦਾ ਹੈ, ਕੋਈ ਮੰਦਿਰਾਂ 'ਚ ਜਾਂਦਾ ਹੈ, ਕੋਈ ਮਸੀਤਾਂ 'ਚ ਜਾਂਦਾ ਹੈ, ਕੋਈ ਕਿਤੇ ਜਾਂਦਾ ਹੈ। ਉਹ ਥਾਂ ਥਾਂ ਤਲਾਸ਼ ਕਰਦੀਆਂ ਫਿਰਦੀਆਂ ਨੇ ਵੀ ਕਿਤੇ ਸ਼ਾਂਤੀ ਮਿਲੇ, ਕਿਤੇ ਸੁੱਖ ਮਿਲੇ, ਕਿਤੇ ਖੁਸ਼ੀ ਮਿਲੇ। ਇਹ ਜਿਹੜੀਆਂ ਤੜਪਣੀ ਜਿਹੜੀ ਸਾਨੂੰ ਲੱਗੀ ਹੈ, ਇਹ ਸਾਨੂੰ ਸਬੂਤ ਦਿੰਦੀ ਹੈ ਕਿ ਇਹ ਖੋਜੀ ਰੂਹਾਂ ਜਿਹੜੀਆਂ ਹਨ, ਇਹ ਥੋੜੀਆਂ ਬਹੁਤੀਆਂ ਜਿਉਂਦੀਆਂ ਹਨ, ਇਹਨਾਂ ਅੰਦਰ ਜਾਨ। ਤੋ ਜਿਹੜਾ ਸੰਤ ਔਰ ਸ਼ੇਰ, ਇਹਨਾਂ ਦੋਹਾਂ ਦਾ ਸੁਭਾਅ ਇੱਕ ਹੁੰਦਾ ਹੈ। ਸ਼ੇਰ ਕਹਿੰਦੇ ਨੇ ਭੁੱਖਾ ਮਰ ਜਾਏਗਾ, ਲੇਕਿਨ ਕੋਈ ਜਾਨਵਰ ਮੁਰਦਾ ਪਿਆ ਹੋਇਆ ਹੋਵੇ ਉਹਨੂੰ ਕਦੀ ਨਹੀਂ ਖਾਵੇਗਾ। ਜਿਉਂਦੇ ਜਾਨਵਰ ਦਾ ਸ਼ੇਰ ਸ਼ਿਕਾਰ ਕਰਦਾ ਹੈ। ਤੋ ਕਹਿੰਦੇ ਇਸੇ ਤਰ੍ਹਾਂ ਜਿਹੜੇ ਸੰਤ ਆਉਂਦੇ ਹਨ, ਉਹ ਵੀ ਜਿਉਂਦੀਆਂ ਰੂਹਾਂ ਦਾ ਸ਼ਿਕਾਰ ਕਰਦੇ, ਉਹ ਵੀ ਮੋਈਆਂ ਦਾ ਨਹੀਂ ਸ਼ਿਕਾਰ ਕਰਦੇ, ਜਿਹੜੀਆਂ ਇਹਨਾਂ ਪੁਰਾਣੀਆਂ ਲੀਕਾਂ ਦੀਆਂ ਪਾਬੰਦ ਹੋ ਕੇ ਇੰਨੇ ਵਰੇ ਜੀਵਨ ਤੇ ਗਵਾ ਚੁੱਕੀਆਂ ਹਨ, ਔਰ ਅਜੇ ਪਤਾ ਨਹੀਂ ਵੀ ਪਰਮਾਰਥ ਦੇ ਕਿੱਥੇ ਖਲੋਤੀਆਂ ਹੋਈਆਂ, ਅੱਗੇ ਗਈਆਂ ਹਾਂ ਕਿ ਪਛਾਂ ਗਈਆਂ, ਉਹਨਾਂ ਨੂੰ ਅਜੇ ਤੱਕ ਸੋਝੀ ਨਹੀਂ ਆਈ। तो एक महात्मा लिखता है, संत शी का एक मत जीवित को ही खाए। कहते संत दा और शी शेर नूं कहते ने, शेर दोवां दा इक्को ही सुभाਅ है। ये जिउंदी रूह नूं खांदे हैं, जिउंदी आत्मा नूं ये बोझते हैं। संत शी का एक मत जीवित को ही खाए, भागहीन मृतक दिशा तिनके निगट न जाए। जेड़े खोटिया भागा वाले जिन्होंने रब कदी चेते आ ही नहीं सकता, और जेड़े मोए पे हुए हिलते नहीं जुलते नहीं। कहते जिस तरह शेर उस जीव के लागे नहीं जाता, संत भी नहीं छेड़ते, संत भी पल्ला बचा के उहदे कोलों लागों निकल जाते। तो एक पंजाबी का शायर लिखता है, वो पंजाबी का शायर कहता, रब एक गुंजलदार बजारत, कहता रब एक गुंजलदार बजारत ते रब एक गोरख धंधा, ते खोलन लग्या पेज इस दे काफर हो जाए बंदा। जदों इस संत मत दे भेद कोई संत या फकीर खोलता है, लोग उसको काफर काफर कह के सजा देते हैं। कोई सूलियां ते टंग दिंदा है, कोई कतल कर दिंदा है, कोई जिउंदे नूं अग ला के साड़ दिंदा है। ये दुनिया के लोग सुनना ही गल उहदी पसंद नहीं करते। कहते ने रब एक गुंजलदार बजारत ते रब एक गोरख धंधा, खोलन लग्या पेच इस दे काफर हो जाए बंदा। वो कवि कहता है, काफर होणों डर के जीवी ते खोजों मूल ना खुजी। वो काफर ना बनी कोई परमेश्वर ही भुल जाए। कहते परमेश्वर की खोज में शक कर, वो काफर ना बन, पर खोजो जिहड़ा है खोज तो नहीं खुजना। काफर होणों डर के जीवी ते खोजों मूल ना खुंजी।
लाई लग मोमन दे नालों खोजी काफर चंगा। ਜਿਹੜੇ ਲਾਈ ਲੱਗ ਮੋਮਨ ਹੈ, ਮੋਮਨ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਭਗਤ ਹੋਣ, ਜਿਹੜੇ ਪ੍ਰੇਮੀ ਹੋਣ, ਜਿਹੜੇ ਲਾਈ ਲੱਗ ਪ੍ਰੇਮੀ ਹੈਗੇ, ਜਿਹੜੇ ਤਾਂ ਸੋਚ ਹੀ ਨਹੀਂ ਸਕਦੇ ਧੌਣ ਚੁੱਕ ਕੇ ਕਦੇ ਕਿਤੇ ਉਹ ਨਾ ਬਣ ਜਾਏ, ਉਹਦੇ ਨਾਲੋਂ ਖੋਜੀ ਬਣੀ ਭਾਵੇਂ ਕਾਫਰ ਹੀ ਬਣ ਜਾਵੇ। ਖੋਜ ਜਿਹੜਾ ਕਰਨ ਵਾਲਾ ਕਾਫਰ ਹੈ ਉਹਦੇ ਨਾਲੋਂ 1000 ਗੁਣਾ ਚੰਗਾ ਹੈ, ਕਿਉਂਕਿ ਉਹਨੂੰ ਜਿਹੜੀ ਚੀਜ਼ ਸਮਝ ਆਉਂਦੀ ਹੈ ਉਹ ਹੀ ਅਪਣਾਉਂਦਾ ਹੈ। जिस चीज़ च उन्होंने फायदा नहीं वो उस वेले छड़ देता है। तो संतमत एक ऐसी चीज़ है, ये नहीं कहता कि मरण के बाद आ मिलेगा, मरण के बाद आ मिलेगा, खबरे मरण पिछों मिलना है कि नहीं मिलना। संत कहते जिउंदियां करो और जिउंदियां प्राप्त करो। कहते जिउंदे लो, जे जिउंदियां ये कहते BA MA नहीं करता तो मर के तो कोई जरूरी नहीं भी ये समझ लो भी BA MA कर लेगा। ਇਹ ਜਿਉਂਦਿਆਂ ਹੀ ਅਮਲ ਕਰਕੇ ਜਿਹੜਾ ਜਿਉਂਦਿਆਂ ਹੀ ਉਸ ਪਰਮੇਸ਼ਰ ਨਾਲ ਸਾਂਝ ਪਾ ਲੈਂਦਾ ਹੈ, ਕਹਿੰਦੇ ਨੇ ਉਹ ਮਰਨ ਦੇ ਬਾਅਦ ਵੀ ਕਿਸੇ ਹੋਰ ਪਾਸੇ ਨਹੀਂ ਜਾਂਦਾ, ਉਹ ਮਰਨ ਨਾਲ ਵੀ ਉਹ ਉਧਰ ਹੀ ਜਾਂਦਾ ਹੈ। ਤੋ ਗੁਰੂ ਸਾਹਿਬ ਕਹਿੰਦੇ ਨੇ ਉਰਦ ਤਪ ਕਰੇ ਵੰਜਾਰਿਆ ਮਿੱਤਰਾ, ਅੱਗੇ ਉਰਦ ਤਪ ਕਰੇ ਵੰਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਮਖਾਨੇ, ਔਰਧ ਧਿਆਨ ਲੇਵਲਾ। ਨਾਨਕ ਸਾਹਿਬ ਦੀ ਬਾਣੀ ਹੈ, ਜਿਨ੍ਹਾਂ ਨੂੰ ਅਸੀਂ ਉੱਚ ਕੋਟੀ ਦਾ ਮਹਾਤਮਾ ਸਾਰੀ ਦੁਨੀਆ ਕੀ ਸਾਰਾ ਸੰਸਾਰ ਸਮਝਦਾ ਹੈ। ਔਰ ਉਹ ਜੋ ਗੱਲ ਕਹਿ ਰਹੇ ਹਨ, ਕਦੀ ਉਹ ਸਾਨੂੰ ਝੂਠ ਗੱਲ ਸਮਝਾ ਸਕਦੇ ਹਨ, ਸਦੂ ਕਰ ਸਕਦੇ ਹਨ? ਕਹਿੰਦੇ ਬਿਲਕੁਲ ਨਹੀਂ। ਕਹਿੰਦੇ ਨੇ ਖਸਮ ਸੇਤੀ ਅਰਦਾਸ ਵਖਾਣੇ, ਜਦ ਇਹ ਮਾਤਾ ਦੇ ਗਰਭ 'ਚ ਹੁੰਦਾ ਹੈ, ਇਸ ਨੂੰ ਸਾਰੀ ਹੋਸ਼ ਹੁੰਦੀ ਹੈ, ਇਹ ਉਸ ਦੁੱਖ ਨੂੰ ਸਹਾਰ ਨਹੀਂ ਸਕਦਾ ਔਰ ਮਾਲਕ ਦੇ ਅੱਗੇ ਬੇਨਤੀ ਕਰਦਾ ਹੈ। ਕਹਿੰਦੇ ਐ ਮਾਲਕ, ਮੈਨੂੰ ਇਸ ਨਰਕ ਚੋਂ ਬਾਹਰ ਲਿਆ, ਮੈਂ ਹਰ ਚੀਜ਼ ਦਾ ਦਸਵੰਧ ਤੈਨੂੰ ਦੇਵਾਂਗਾ, ਮੈਂ ਕਦੀ ਵੀ ਤੈਨੂੰ ਨਹੀਂ ਭੁੱਲਾਂਗਾ, ਤੇਰੇ ਨਾਲ ਮੈਂ ਜ਼ਰੂਰ ਜੁੜਾਂਗਾ। ਤੋ ਵਿਚਾਰ ਕੇ ਦੇਖੋ ਭਈ ਜਿਹੜੀ ਸਾਡੀ ਕਮਾਈ ਹੈ, ਕਦੀ ਅਸੀਂ ਉਸ ਮਾਲਕ ਦੇ ਨਾਂ ਦੇ ਉੱਤੇ ਆਪਣੀ ਕੀਤੀ ਕਮਾਈ ਵਿੱਚੋਂ ਕੋਈ ਰੁਪਇਆ ਪੈਸੇ ਦਾ 10ਵਾਂ ਹਿੱਸਾ ਕਦੀ ਕੱਢ ਕੇ ਵੇਖਿਆ ਹੈ? ਨਹੀਂ ਕੱਢ ਕੇ ਵੇਖਿਆ। ਸਾਨੂੰ ਤੇ ਇੱਥੋਂ ਤੱਕ ਲਾਲਚ ਲੱਗਾ ਪਿਆ ਹੈ, ਜਿਹੜੇ ਲੋਕਾਂ ਦੇ ਜਿਹੜੀ ਅਸਲ ਕਮਾਈ ਹੈ ਅਸੀਂ ਕਹਿੰਦੇ ਹਾਂ ਆਪ ਕੀ ਦੇਣਾ ਹੈ, ਉਹਨਾਂ ਦੀ ਵੀ ਹੜੱਪ ਕਰ ਦਈਏ, ਉਹ ਖਾਲੀ ਹੋ ਜਾਣ ਔਰ ਅਸੀਂ ਆਪਣੇ ਕੋਠੇ ਭਰ ਲਈਏ। ਕਹਿੰਦੇ ਖੁਸ਼ ਖੁਸ਼ ਲੈਂਦਾ ਵਸਤ ਪਰਾਈ, ਦੇਖੇ ਸੁਣੇ ਤੇਰੇ ਨਾਲ ਖੁਦਾਈ, ਦੇਖੇ ਸੁਣੇ ਤੇਰੇ ਨਾਲ ਖੁਦਾਈ, ਦੁਨੀਆ ਪਈ ਲੱਭ ਖਾਦ ਅੰਦਰ ਤੇ ਅਗਲੀ ਗੱਲ ਨਾ ਜਾਣੀ। ਜੇ ਇਹਨਾਂ ਨੂੰ ਪਤਾ ਹੋਵੇ ਵੀ ਹਰ ਇੱਕ ਦਾ ਹਿਸਾਬ ਸਾਨੂੰ ਦੇਣਾ ਹੀ ਪੈਣਾ ਹੈ, ਇਹ ਲੇਖਾ ਉਤਾਰਨਾ ਹੀ ਪੈਣਾ ਹੈ, ਇਹ ਦੁਨੀਆ ਦੇ ਪਾਸੋਂ ਖੋ ਖੋ ਕੇ ਕਿਵੇਂ ਇਕੱਠੇ ਕਰ ਸਕਦਾ ਹੈ? ਪਰ ਅਸੀਂ ਦੇਖੀਏ, ਅਸੀਂ ਸਭ ਦਾਅਵਾ ਕਰਦੇ ਹਾਂ, ਅਸੀਂ ਮਾਲਕ ਦੇ ਪਿਆਰੇ ਹਾਂ, ਭਗਤੀਆਂ ਕਰਦੇ ਹਾਂ, ਨੇਮੀ ਹਾਂ, ਪ੍ਰੇਮੀ ਹਾਂ। ਸਾਡੀ ਰਹਿਣੀ ਦੇਖੋ, ਸਾਡੀ ਕਰਨੀ ਦੇਖੋ, ਉਸ ਕਰਨੀ ਔਰ ਰਹਿਣੀ ਨੂੰ ਦੇਖ ਕੇ ਆਪ ਵੀ ਸ਼ਰਮ ਕਰਦੇ ਹਾਂ, ਲੋਕਾਂ ਪਾਸੋਂ ਵੀ ਅੱਖਾਂ ਲਗਾਉਂਦੇ ਹਾਂ। ਲੋਕ ਸਾਨੂੰ ਸਮਝ ਲਓ ਲਾਲਚੀ ਕਹਿੰਦੇ ਹਨ, ਲੋਕ ਸਾਨੂੰ ਖੁਦ ਗਰਜ਼ ਕਹਿੰਦੇ ਹਨ, ਬਲਕਿ ਕਿਸੇ ਮਹਾਤਮਾ ਨੇ ਤੇ ਇੱਥੋਂ ਤੱਕ ਕਿਹਾ ਹੈ, ਜਿਹੜੇ ਲਾਲਚੀ ਪੁਰਸ਼ ਹੈ ਉਹ ਉਹਨਾਂ ਦਾ ਸ਼ਰੀਰ ਨਾ ਸਮਝੋ ਵੀ ਇਹ शरीर है। खुद गरज और लालची की जिंदगी एक नकारा ढेरी है पाप की। कहते वो एक पाप की ढेरी इत्थे लगी हुई है। जिहड़ा खुद गरज और लालची पुरुष है, अपने पासों देना ते दरकनार दूजियां दियां भी जायदादां हड़प करके उन्होंने सबर नहीं आता, उन्होंने सुकून नहीं आता। कि वो कभी खाश कर सकता है कि मैं मालक वाले पासे मुंह मोड़ सकागा?
ਜਿਹੜਾ ਉੱਥੇ ਮਾਤਾ ਦੇ ਗਰਭ ਵਿੱਚ ਇਕਰਾਰ ਕਰਕੇ ਆਇਆ ਹੈ ਕਿ ਮੈਂ ਦਸਵੰਧ ਦੇਵਾਂਗਾ, ਜਿੰਨੀ ਜ਼ਿੰਦਗੀ ਬਿਤਾਵਾਂਗਾ ਰੋਜ਼ ਦੇ ਰੋਜ਼ ਇਸ ਜ਼ਿੰਦਗੀ ਦਾ 10ਵਾਂ ਹਿੱਸਾ ਹੈ ਮਾਲਕ ਤੇਰੀ ਇਬਾਦਤ ਵਿੱਚ ਗੁਜ਼ਾਰਾ। ਉਹ 2.5 ਘੰਟੇ ਬਣਦੇ ਹਨ, 24 ਘੰਟਿਆਂ ਦਾ ਦਿਨ ਰਾਤ ਹੁੰਦਾ ਹੈ। ਤੋ ਕਿਹੜਾ ਪੁਰਸ਼ ਹੈ ਜਿਹੜੇ 2.5 ਘੰਟੇ ਉਸ ਮਾਲਕ ਦੀ ਯਾਦ ਕਰਦਾ ਹੈ। ਬਾਹਰ ਆ ਕੇ ਇਸ ਜੀਵ ਤੇ ਮਾਇਆ ਜਿਹੜੀ ਹੈ ਇਸ ਨੂੰ ਸਭ ਗੱਲ ਭੁਲਾ ਦਿੰਦੀ ਹੈ ਔਰ ਇਸ ਨੂੰ ਸੋਝੀ ਹੀ ਨਹੀਂ ਆਉਣ ਦਿੰਦੀ। ਇਹ ਜਿਹੋ ਜਿਹੇ ਦੁਨੀਆ ਦਾ ਵਾਸ ਘਾਸ ਉਹਨਾਂ ਦੇ ਵਿੱਚ ਰਲ ਕੇ, ਉਹਨਾਂ ਸੁਸਾਇਟੀਆਂ ਔਰ ਉਹਨਾਂ ਵਿੱਚ ਰਲ ਕੇ ਇਹ ਵੀ ਪਤਨ ਹੋ ਜਾਂਦਾ ਹੈ। ਕਿਸੇ ਸਾਧੂ ਦੀ ਸੰਗਤ ਨਹੀਂ ਲੱਭਦਾ, ਕਿਸੇ ਗੁਰਮੁਖ ਦੇ ਕੋਲ ਨਹੀਂ ਬੈਠਦਾ, ਇਹਨੂੰ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਹੀ ਨਹੀਂ ਸਾਰੀ ਜ਼ਿੰਦਗੀ ਹੁੰਦਾ। ਆ ਜਿਹੜੇ ਵੱਡੀਆਂ ਲੈਂਦੇ ਹਨ ਉਹਨਾਂ ਨੂੰ ਆਉਂਦੇ ਹਾਂ ਵੀ ਇਹ ਪਾਪ ਕਰਮ, ਕਹਿੰਦੇ ਨਹੀਂ ਇਹ ਤਾਂ ਸਾਡਾ ਹੱਕ ਹੋਇਆ ਨਾ, ਅਸੀਂ ਕੰਮ ਜੋ ਦੂਜੇ ਦਾ ਕਰਦੇ ਹਾਂ, ਇਹ ਲੈਣਾ ਤਾਂ ਸਾਡਾ ਹੱਕ ਹੋਇਆ, ਇਹ ਪਾਪ ਕੋਈ ਨਹੀਂ। ਉਹਨਾਂ ਨੂੰ ਪੁੱਛੋ ਤੇ ਜਿਹੜੀ ਤਨਖਾਹ ਲੈਂਦੇ ਜੇ ਉਹ ਕਾਹਦੀ ਲੈਂਦੇ ਜੇ ਇਹ ਤੁਹਾਡਾ ਹੱਕ ਹੋ ਗਿਆ। ਤੋ ਵਿਚਾਰ ਕੇ ਦੇਖੋ ਇਹ ਦੁਨੀਆ ਦੇ ਲੋਕ ਕਈ ਮਸਲੇ ਕਰ ਲੈਂਦੇ। ਇਸ ਗੁਨਾਹ ਨੂੰ ਕਰਨ ਵਾਸਤੇ ਇਹ ਮਨ ਬੜੀਆਂ ਕਹਾਣੀਆਂ ਘੜ ਕੇ ਸਾਹਮਣੇ ਰੱਖ ਲੈਂਦਾ ਹੈ। ਤੋ ਆਪ ਫਰਮਾਉਂਦੇ ਹੈ, ਕਹਿੰਦੇ ਨੇ ਕਿ ਜਿਹੜੀ ਅਰਦਾਸ ਇਸਨੇ ਉਸ ਵਕਤ ਮਾਤਾ ਦੇ ਗਰਭ ਵਿੱਚੋਂ ਬਾਹਰ ਆਉਣ ਵਾਸਤੇ ਉਸ ਮਾਲਕ ਅੱਗੇ ਕੀਤੀ ਸੀ, ਕਹਿੰਦੇ ਮਾਲਕ ਨੇ ਇਹਦੀ ਅਰਦਾਸ ਤੋਂ ਹੀ ਮਨਜ਼ੂਰ ਕਰ ਲਈ, ਲੇਕਿਨ ਜੋ ਇਹਦਾ ਫਰਜ਼ ਸੀ ਇਹ ਜੀਵ ਭੁੱਲ ਗਿਆ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਸ ਨੂੰ ਉੱਕਾ ਵਿਸਰ ਗਿਆ। ਅੱਗੇ ਕੀ ਕਹਿੰਦੇ, ਅੱਗੇ ਸੁਣੋ। ਹਸਮ ਸੇਤੀ ਅਰਦਾਸ ਵਖਾਣੇ ਔਰ ਧਿਆਨ ਲੈਵਲਾ ਨਾਮ ਰਜਾਦ ਆਇਆ ਕਲ ਪੀਤਰ ਬਾੜ ਜਾਸੀ ਨਾਗਾ। ਮਾਤਾ ਦੇ ਗਰਭ ਤੋਂ ਬਾਹਰ ਆਇਆ। तो कहते जब माता के गर्भ तो बाहर आया, कहते इस रचना की जिहड़ी मर्यादा सी बिल्कुल इहदे उल्ट इसने जन्म लिया। कहते ने मर्यादा की सी, असी हुण सब मर्यादा विच बैठे, बीबियां एक पासे है, भरा एक पासे है, सब कपड़े पा के अपने आपे नगेज कज के, ताकि कोई ऐसी साडी हरकत ना होवे जिहदे नाल किसी नूं कोई दुख पहुंचे, कोई तकलीफ पहुंचे। बड़ी शांति और अमन नाल बैठे। जब मर्यादा टुटती है उदों ही दुख पैदा हो जाते हैं। जब युद्ध होंदे हैं, लड़ाइयां होंदियां हैं, कौन किसी दी धी भैन नूं धी भैन समझदा है। कहंदे धन और रूप दोवें वैरी होए, जिन्हां रही रंग लाए। कहंदे ये आत्मा जिन्हां रंगां दे विच रंगी पई होई सी, ਜਾਂ ਇਹ ਧਨ ਦੇ ਪਿਆਰ ਵਿੱਚ ਸੀ ਜਾਂ ਰੂਪ ਦੇ ਪਿਆਰ ਵਿੱਚ ਸੀ। ਕਹਿੰਦੇ ਹੁਣ ਉਸ ਸਮੇਂ ਜਦੋਂ ਮਰਿਆਦਾ ਟੁੱਟਦੀ ਹੈ, ਧਨ ਵੀ ਲੁੱਟਿਆ ਜਾਂਦਾ ਹੈ ਔਰ ਰੂਪ ਨੂੰ ਵੀ ਸਮਝ ਲਓ ਬੜਾ ਖੱਜਲ ਖਰਾਬ ਹੋਣਾ ਪੈਂਦਾ ਹੈ। ਗੁਰੂ ਸਾਹਿਬ ਲਿਖਦੇ ਨੇ ਜਦ ਬਾਬਰ ਆਇਆ, ਉਹ ਜਿਹੜੀਆਂ ਗਰੀ ਸ਼ਵਾਰੇ ਔਰਤਾਂ ਖਾਂਦੀਆਂ ਸੀ ਔਰ ਡੋਲਿਆਂ 'ਚ ਬੈਠਦੀਆਂ ਸਨ ਔਰ ਕਹਾਰ ਚੁੱਕਦੇ ਸੀ। ਕਹਿੰਦੇ ਨੇ ਉਹਨਾਂ ਨੂੰ ਸੈਰਾਂ ਕਰਾਉਂਦੇ ਸਨ। ਉਹਨਾਂ ਦੀ ਹਾਲਤ ਕੀ ਹੋਈ, ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਦੂਰ, ਸੇ ਸਿਰ ਕਾਤੀ ਮੁਨੀਅਨ ਤੇ ਗਲ ਵਿੱਚ ਆਵੇ ਤੂਰ। ਜਿਹੜੀਆਂ ਪੱਟੀਆਂ ਵਾਉਂਦੀਆਂ ਸਨ ਔਰ ਸਿਰ 'ਚ ਸੰਦੂਰ ਸੁਹਾਗ ਭਾਗ ਦੀ ਨਿਸ਼ਾਨੀ ਪਾਉਂਦੀਆਂ ਸਨ, ਉਹਨਾਂ ਦੀਆਂ ਪੱਟੀਆਂ ਖੋਹ ਦਿੱਤੀਆਂ ਗਈਆਂ। ਉਹਨਾਂ ਦੇ ਸੰਦੂਰ ਦੇ ਥਾਂ ਖੇ ਉਹਨਾਂ ਦੇ ਸਿਰ 'ਚ ਪਾਈ ਔਰ ਉਹ ਖੱਜਲ ਖੁਆਰ ਹੋਈਆਂ। ਉਹਨਾਂ ਦੀ ਪੱਤ ਲੱਥੀ, ਬੁਰੀ ਹਾਲਤ। तो ये चीज़ां जिन्हां नाल ये जीव मोह पा के बैठा होया है, ये चीज़ां जिहड़ियां हैं ये इसकी मर्यादा अपनी बनाई हुई है। संत महात्मा किसी मर्यादा नूं तोड़ते नहीं है, वो तो सिर्फ समझाउण वास्ते आउंदे हैं। जे कोई संत महात्मा इस मर्यादा नूं तोड़ देवे, उन्हों लोग काफर काफर आख उन्होंने कतल कर दिंदे हैं, उन्होंने मार दिंदे हैं। सरमद का की हाल होया।
सरमद एक चोटी का फकीर सी, दिल्ली विच रहिंदा सी, औरंगजेब का राज सी। तो वो कभी कपड़े नहीं सी पहनता, और जिस वक्त वो दिल्ली के बाजारों के विच आ जाता सी तो रौला मच जाता सी कि सरमद आ गया, सरमद आ गया, सरमद आ गया। लोग शर्म के नाल बीबियां भज के दुकानों च जा वड़दियां सन। लोग जिहड़े बाजारों च खड़ोते सी पिठ मोड़ के उहदे वल खड़े हो जाते सी। वो मस्ताना अपनी मस्ती की हालत में नंगा धड़ंगा बाजारों के विच दी लंघ जाता सी। तो उसकी शिकायत उस वक्त काजियां और मुफ्तियां के हाथ में राज सी। उन्होंने पास शिकायत की गई कि इस फकीर को समझाओ कि शहर च ना आया करे, जे आना है तो कपड़े पा के आया करे, नहीं तो जो चीज़ लैन वास्ते आता है ये असल उससे मकाम और मंजिल पर पहुँचा दी जाया करे ताकि लोगों को दुख ना हो। बथेरा मुफ्तियां काजियों ने समझाया, लेकिन भला मस्ताने को कौन समझा सकता है। उसने किसी के कहने तो ना मनिया। अखीर उसकी रपट और जिहड़ी सी सारी लिख के सब काजियों ने फैसला किया कि जेड़ा पुरुष बिला वजह उस मालिक की खलकत को दुख देता है, जिन्हों समझाया समझदा नहीं, वरजाया वरजदा नहीं, उसनों कुरान शरीफ का फतवा यह कहता है कि उसनों कतल कर देना चाहिए। तो कतल की सजा जिहड़ी सी उसकी मिसल के उत्ते ला के वो मिसल बादशाह दे पेश कर दी। तो जिन्ने भी कतल के केस सन, जिन्ना चिर तक बादशाह के दस्तखत नहीं सी होंदे उसनों कतल नहीं सी किया जाता। तो हुण उन्हां दे थल्ले काम मुकम्मल करके भेजता। जब बादशाह ने औरंगजेब ने पढ़िया कि एक फकीर और वो नंगा धड़ंगा फिरदा है, फिर वो लोगों को दुख दिंदा है, फिर वो फकीर काहदा होया, ये किस किस्म का फकीर है, मैं भी देख लवां। कहते उस फकीर को मेरे दरबार में पेश करो। फकीर को दरबार में पेश किया, नंगा धड़ंगा वो पेश होया। उस वाल औरंगजेब ने बड़ी किरणा की निगाह नाल तकिया और कड़क के बोलिया, ऐ सरमद, तेनों पता है इस चीज की मौत सजा है और तेरी मिसल के उत्ते मौत का फतवा तेनों लग चुका है, तेरी जान बख्शी मेरी कलम हेठ है। कहते तू मैनू ये जवाब दे, तू नंगा क्यों रहना है। वो सरमद जिहड़ा किसे नाल नहीं सी कूंदा बोलदा और सब दियां सुन लैंदा सी, उसने सिर उच्चा चुकिया और बादशाह वाल निगाह मारी। तो बादशाह नूं कहंदा है, शाह, फारसी विच बोलदा है, शाह आ रा के कुला, आ रा के कसे कुल्ला ए सुल्तानी दाद। कहते ओ पुरुष जिसनों उस मालिक ने सिर के उत्ते पाउण वास्ते सोने का हीरिया नाल जड़िया हुआ ताज पहनण वास्ते दिता है, वो भी तो उस मालिक का ही बनाया हुआ है। तेरे सिर के उत्ते हीरिया का ताज है और तू बादशाह है। कहते ने उस मालिक ने तेरे सिर ते ताज बख्शिया, पर मेरा भी मालिक वो ही है, मेरा मालिक होर कोई नहीं है। पर मेरे वास्ते उन की किया, आंख रा कसे रा के कुल्ला ए सुल्तानी दाद, मारा हमा असबाबे परेशानी दाद। मेरे अंदर उसे मालिक ने मेरे सिर के उत्ते कुल्ला नहीं रखा, परेशानी पैदा की, दुनिया तो उदास कर दिता, दुनिया चो मोह तोड़ दिता, दुनिया को बगानी समझ लिया, दुनिया के नाल मेरा कोई हित नहीं है। ये चीज उस मालिक ने मेरे सिर में पा के अपना प्यार उसने मेरे अंदर भर दिता। ये उस मालिक ने किया है। कहते ने तेनों ताज बख्श दिता, मैनू ये बख्श दिता। कहते ने तेनों पता है लिबास कौन पाउंदे हैं, पोशांद लिबास आ रा के ऐबे दीद, कपड़े तो वो पाउंदे हैं जिन्हां दे गुनाह नंगे हैं, जिन्हां दे गुनाह लोगों को नंगे दिसते हैं, गुनाहां नूं कज्जण की खातर ढकण की खातर वो सब कपड़े पहनते हैं। कहते मेरे च गुनाह ही कोई नहीं है तो मैनू कपड़े पाउण की लोड़ की है। कहते ने पोशांद लिबास आ रा के ऐब दीद,
कहते ने बेऐबां दा लिबास है उरी आनी दाद। ਜਿਹੜੇ ਬੇऐਬ ਹੈ ਦੁਨੀਆ ਦੇ ਉੱਤੇ, ਜਿਨ੍ਹਾਂ ਦੇ ਕੋਈ ਗੁਨਾਹ ਟੱਕਣ ਵਾਲਾ ਨਹੀਂ, ਉਹ ਤਾਂ ਅਜੇ ਵੀ ਦੁਨੀਆ 'ਚ ਨੰਗੇ ਹੀ ਪੈ ਜਾਂਦੇ। ਕਹਿੰਦੇ ਅੱਛਾ ਕੋਈ ਹੋਰ ਨੰਗੇ ਵੀ ਹੈ ਦੁਨੀਆ ਦੇ ਉੱਤੇ? ਕਹਿੰਦੇ ਬੇਸ਼ੁਮਾਰ। ਕਹਿੰਦੇ ਤੂੰ ਕੋਈ ਇੱਕ ਅੱਧਾ ਪੇਸ਼ ਕਰ ਸਕਦਾ ਹੈ? ਕਹਿੰਦਾ ਹੁਣੇ ਕਰ ਸਕਦਾ ਹੈ। ਕਹਿੰਦੇ ਨੇ ਇਸ ਦੀਆਂ ਹੱਥਕੜੀਆਂ ਉਤਾਰ ਦਿਓ, ਬੇੜੀਆਂ ਉਤਾਰ ਦਿਓ, ਬਾਦਸ਼ਾਹ ਨੇ ਕਿਹਾ, ਔਰ ਇਸ ਨੂੰ ਆਜ਼ਾਦ ਕਰ ਦਿਓ। ਕਹਿੰਦੇ ਨੇ ਜਿੰਨੀ ਜਲਦੀ ਤੂੰ ਕੋਈ ਲਿਆ ਸਕਦਾ ਹੈ ਆਪਣੀ ਸ਼੍ਰੇਣੀ ਦਾ ਬੰਦਾ ਜਿਹੜਾ ਹੈ ਉਹ ਚੁੱਕ ਕੇ ਉਹਨੂੰ ਮੇਰੇ ਸਾਹਮਣੇ ਲਿਆ, ਮੈਂ ਦੇਖਾਂ ਕਿ ਹੋਰ ਦੁਨੀਆ ਵੀ ਨੰਗੇ ਰਹਿੰਦੇ ਹੈ। ਤੋ ਭੱਜਾ ਗਿਆ। ਇੱਕ ਗਲੀ ਦੇ ਵਿੱਚ 3-3.5 ਸਾਲ ਦਾ ਬੱਚਾ ਜਿਹੜਾ ਸੀ ਬਿਲਕੁਲ ਨੰਗਾ ਧੜੰਗਾ ਖੜੋਤਾ ਹੋਇਆ। ਲਾਗੋ ਦੀ ਦੁਨੀਆ ਲੰਘਦੀ ਸੀ, ਬੀਬੀਆਂ ਵੀ ਲੰਘਦੀ ਸੀ, ਆਦਮੀ ਵੀ ਲੰਘਦੇ ਸੀ। ਉਸ ਨੂੰ ਜਿਉਂ ਕੁੱਛੜ ਲਿਆ, ਭੱਜਾ ਦਰਬਾਰ 'ਚ ਆ ਗਿਆ। ਕਹਿੰਦੇ ਨੇ ਸ਼ਾਹ ਇਹ ਦੇਖ ਮੇਰੇ ਨਾਲ ਦੇ, ਇਹ ਵੇਖ ਇਹ ਜਿਸ ਬਾਜ਼ਾਰ 'ਚ ਜਾਂਦਾ ਹੈ, ਜਿਸ ਗਲੀ 'ਚ ਖੜੋਦਾ ਹੈ, ਕਹਿੰਦੇ ਨੇ ਇਹਦੀਆਂ ਤਾਂ ਲੋਕ ਚੁਟਕੀਆਂ ਲੈਂਦੇ ਹਨ, ਇਹਨੂੰ ਤਾਂ ਛੇੜਦੇ ਹਨ, ਪਿਆਰ ਕਰਦੇ ਹਨ, ਚੁੰਮਦੇ ਹਨ। ਇਹ ਉਹਨਾਂ ਨੂੰ ਨੰਗਾ ਨਹੀਂ ਦਿਸਦਾ, ਉਹਨਾਂ ਦੀਆਂ ਅੱਖਾਂ ਕਮਜ਼ੋਰ ਹੋ ਗਈਆਂ ਹਨ, ਇਹ ਨੰਗਾ ਨਹੀਂ ਹੈ। ਫਿਰ ਮੇਰੇ ਉੱਤੇ ਕਿਉਂ ਫਤਵੇ ਲੱਗਦੇ? ਕਹਿੰਦੇ ਇਹ ਬੱਚਾ ਹੈ, ਤੂੰ ਉਮਰ ਰਸੀਦਾ ਹੈ। ਕਹਿੰਦੇ ਇਹ ਤੇਰੀ ਨਿਗਾਹ 'ਚ ਫਰਕ ਹੈ। ਮੈਂ ਇਸ 3 ਸਾਲ ਦੇ ਬੱਚੇ ਦੀ ਨਿਆਈ ਹੈ। 3 ਸਾਲ ਦੇ ਬੱਚੇ 'ਚ ਨਾ ਕਾਮ ਪੈਦਾ ਹੁੰਦਾ ਹੈ, ਨਾ ਲੋਭ ਪੈਦਾ ਹੁੰਦਾ ਹੈ, ਨਾ ਕ੍ਰੋਧ ਪੈਦਾ ਹੁੰਦਾ ਹੈ, ਨਾ ਮੋਹ ਹੰਕਾਰ ਪੈਦਾ ਹੁੰਦਾ ਹੈ। ਇਹਨਾਂ ਚੀਜ਼ਾਂ ਤੋਂ ਪਾਕ ਸਾਫ ਹੈ ਇਹ, ਔਰ ਇਹੀ ਹਾਲਤ ਮੇਰੀ ਹੈ। ਮੈਂ ਤੈਨੂੰ ਕਿਸ ਤਰ੍ਹਾਂ ਗੁਨਾਹਗਾਰ ਨਜ਼ਰ ਆ ਰਿਹਾ? ਬਾਦਸ਼ਾਹ ਕਿਸ ਤਰ੍ਹਾਂ ਮੰਨ ਸਕਦਾ ਸੀ? ਬਾਦਸ਼ਾਹ ਨੇ ਇਸ ਗੱਲ ਦਾ ਨਾ ਮੰਨੀ, ਕਰੋਧ 'ਚ ਆ ਕੇ ਦਸਤਖਤ ਕਰ ਦਿੱਤੇ, ਔਰ ਦਿੱਲੀ ਦੇ ਚੁਰਾਹੇ ਦੇ ਵਿੱਚ ਸਰਮਦ ਦਾ ਸਿਰ ਕੱਟ ਦਿੱਤਾ ਗਿਆ। ਕੌਣ ਜੀਣ ਦਿੰਦਾ ਹੈ ਜਿਹੜੇ ਮਰਿਆਦਾ ਤੋਂ ਉਲਟ ਆਉਂਦੇ ਹੈ ਇਸ ਸੰਸਾਰ ਦੇ ਵਿੱਚ? ਤੋ ਆਪ ਫਰਮਾਉਂਦੇ ਹੈ, ਕਹਿੰਦੇ ਨੇ ਐ ਪੁਰਸ਼ ਤੂੰ ਵੀ ਮਰਿਆਦਾ ਦੇ ਉਲਟ ਇਸ ਰਚਨਾ ਵਿੱਚ ਆਇਆ, ਔਰ ਤੈਨੂੰ ਮਰਿਆਦਾ ਵਿੱਚ ਲਿਆਂਦਾ ਗਿਆ, ਤੇਰੇ ਗਲ ਕੱਪੜੇ ਪਵਾਏ ਗਏ। ਤੋ ਕਹਿੰਦੇ ਨੇ ਜਿਸ ਵਕਤ ਤੈਨੂੰ ਇੱਥੋਂ ਇਹ ਜੀਵ ਭੇਜਦੇ ਹਨ, ਤਾਂ ਕਹਿੰਦੇ ਉਸ ਵਕਤ ਤੇਰੇ ਪਹਿਲੇ ਕੱਪੜੇ ਸਾਰੇ ਲਾ ਲੈਂਦੇ ਹਨ, ਤੈਨੂੰ ਨਵਾਉਂਦੇ ਧਵਾਉਂਦੇ ਹਨ। ਕਹਿੰਦੇ ਨੇ 2.5 ਗਜ ਖੱਦਰ ਤੈਨੂੰ ਦਿੰਦੇ ਹਨ, ਉਹ ਅੱਧਾ ਤੇਰੇ ਥੱਲੇ ਵਿਛਾਉਂਦੇ ਹਨ, ਅੱਧਾ ਤੇਰੇ ਉੱਤੇ ਦੇ ਕੇ ਚਾਦਰ ਪਾ ਕੇ ਨੰਗੇ ਧੜੰਗੇ ਨੂੰ ਚੁੱਕ ਕੇ ਜਾ ਕੇ ਜਾਂ ਕਬਰ ਵਿੱਚ ਦੇ ਦਿੰਦੇ ਨੇ, ਤਾਂ ਜਾਂ ਉੱਥੇ ਚੇਖਾ 'ਚ ਰੱਖ ਕੇ ਉਹਦਾ ਸੰਸਕਾਰ ਕਰ ਦਿੰਦੇ। ਇਹ ਆਉਂਦਾ ਵੀ ਨੰਗਾ ਹੈ ਔਰ ਜਾਂਦਾ ਵੀ ਨੰਗਾ ਹੈ। ਆਉਂਦਾ ਮੁੱਠਾਂ ਮੀਟ ਕੇ ਹੈ, ਜਾਂਦਾ ਹੱਥ ਖੋਲ ਕੇ ਹੈ, ਤਾਂ ਕਿ ਦੁਨੀਆ ਦੇ ਲੋਕ ਦੇਖ ਲੈਣ ਵੀ ਮੈਂ ਇੱਥੋਂ ਦੀ ਸੂਈ ਵੀ ਨਾਲ ਨਹੀਂ ਲੈ ਚੱਲਿਆ। ਸਭ ਕੁਛ ਇੱਥੇ ਮੈਂ ਤਾਂ ਪਾਪਾਂ ਦੀ ਪੰਡ ਇਕੱਠੀ ਕੀਤੀ ਹੈ ਜਿਹੜੀ ਸਿਰ ਤੇ ਚੁੱਕ ਕੇ ਲੈ ਚੱਲਿਆ, ਹੋਰ ਮੈਂ ਕੁਛ ਲੈ ਕੇ ਨਹੀਂ ਚੱਲਿਆ। ਤਾਂ ਕਹਿੰਦੇ ਨੇ ਇਹ ਨੰਗਾ ਆਉਂਦਾ ਹੈ ਔਰ ਨੰਗਾ ਜਾਂਦਾ ਹੈ। ਫਿਰ ਕੀ ਕਹਿੰਦੇ ਨੇ ਅੱਗੇ ਸੁਣੋ। ਨਾਮ ਰਜਾਦ ਆਇਆ ਕਲ ਪੀਤਰ ਬਾੜ ਜਾਸੀ ਨਾਗਾ ਜੈਸੀ ਕਲਮ ਮਸਤਕ ਤੈਸੀ ਜਿਅੜੇ ਪਾਸ। ਕਹਿੰਦੇ ਜੋ ਵੀ ਕੋਈ ਪੁਰਸ਼ ਇੱਥੇ ਆ ਕੇ ਜਨਮ ਲੈਂਦਾ ਹੈ, ਜੋ ਜੀਵ ਆ ਕੇ ਦੇਹ ਧਾਰ ਲੈਂਦਾ ਹੈ, ਕਹਿੰਦੇ ਉਹਦੀ ਮੱਥੇ ਦੀ ਪੱਟੀ ਵਿੱਚ ਉਸਦੇ ਸਾਰੇ ਜੀਵਨ ਦਾ ਹਾਲ ਮਾਲਕ ਲਿਖ ਕੇ ਭੇਜਦਾ ਹੈ ਕਿ ਇਸ ਦਾ ਜੀਵਨ ਕਿਸ ਤਰ੍ਹਾਂ ਦਾ ਹੋਏਗਾ, ਕਿੱਥੇ ਇਹਨੂੰ ਦੁੱਖ ਮਿਲੇਗਾ, ਕਿੱਥੇ ਸੁੱਖ ਮਿਲੇਗਾ, ਕਦੋਂ ਇਹਦਾ ਆਦਰ ਹੋਵੇਗਾ, ਕਦੋਂ ਨਿਰਾਦਰ ਹੋਵੇਗਾ, ਕਦੋਂ ਇਹਦੇ ਤੇ ਬਿਮਾਰੀ ਆਵੇਗੀ, ਕਦੋਂ ਇਹ ਤੰਦਰੁਸਤ ਆਵੇਗਾ। ਇਹ 6 ਗੱਲਾਂ ਜਿਹੜੀਆਂ ਹਨ ਹਰ ਇੱਕ ਦੇ ਮੱਥੇ ਦੀ ਪੱਟੀ ਉੱਤੇ ਲਿਖੀਆਂ ਹੋਣਗੀਆਂ, ਔਰ ਕਿੰਨਾ ਚਿਰ ਇਸ ਸੰਸਾਰ 'ਚ ਰਹੇਗਾ, ਵਾਪਸ ਕਿਸ ਦਿਨ ਜਾਏਗਾ। ਕਹਿੰਦੇ ਸਭ ਕੁਛ ਲਿਖਿਆ ਆਉਂਦਾ ਹੈ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਉੜੇ ਪਾਸ। ਕਹਿੰਦੇ ਜਿਸ ਤਰ੍ਹਾਂ ਉਸ ਮਾਲਕ ਵੱਲੋਂ ਲਿਖਿਆ ਆਉਂਦਾ ਹੈ
ਇਹ ਮਾਲਕ ਤੋਂ ਅਲੱਗ ਹੋ ਕੇ, ਵੱਖ ਹੋ ਕੇ ਜਿੰਨੇ ਗੁਨਾਹ ਕਰਦਾ ਹੈ, ਪਾਪ ਕਰਦਾ ਹੈ, ਇਹ ਇਹਦੇ ਅਮਾਲਾਨਾਮੇ ਤੇ ਹੋਰ ਲਿਖੇ ਜਾਂਦੇ ਨੇ। ਜਿਹੜੇ ਪੁਰਸ਼ ਇਸ ਪਾਸੇ ਧਿਆਨ ਨਹੀਂ ਦਿੰਦੇ, ਜਿਹੜੇ ਰਜ਼ਾ ਵਿੱਚ ਰਹਿੰਦੇ ਹਨ, ਦੁਨੀਆ ਤੇ ਮਿਹਨਤ ਕਰਦੇ ਹੈ, ਜੇ ਮਾਲਕ ਨੇ ਦੇ ਦਿੱਤਾ ਤਾਂ ਵਾਹ ਵਾਹ, ਜੇ ਨਹੀਂ ਦਿੱਤਾ ਤੇ ਉਹ ਉਸ 'ਚ ਵੀ ਖੁਸ਼ ਰਹਿੰਦੇ ਹੈ। ਸੰਤ ਮਤ ਜਿਹੜਾ ਹੈ, ਮਹਾਤਮਾ ਜਿਹੜੇ ਨੇ, ਉਹਨਾਂ ਦਾ ਜੀਵਨ ਸਾਡੇ ਵਾਂਗ ਹੀ ਗੁਜ਼ਾਰਦੇ ਹਨ ਉਹ, ਲੇਕਿਨ ਸਾਡੇ ਵਾਂਗ ਨਾ ਰੋਂਦੇ ਨੇ, ਨਾ ਪਿੱਟਦੇ ਨੇ, ਨਾ ਦੁਹਾਈ ਪਾਉਂਦੇ ਨੇ, ਨਾ ਰੱਬ ਨੂੰ ਗਾਲਾਂ ਕੱਢਦੇ ਨੇ, ਨਾ ਕਿਸੇ ਨੂੰ ਮੰਦਾ ਚੰਗਾ ਕਹਿੰਦੇ ਹੈ। ਕਹਿੰਦੇ ਨੇ ਉਹਨਾਂ ਨੂੰ ਭਰੋਸਾ ਹੈ ਕਿ ਜੋ ਮਾਲਕ ਨੇ ਸਾਡੇ ਨਾਲ ਲਿਖਿਆ ਹੈ, ਸਾਡੇ ਨਾਲ ਉਹ ਵਾਪਰਿਆ ਹੈ। ਜੈਸੀ ਕਲਮ ਲਿਖੀ ਹੈ ਮਸਤਕ, ਤੈਸੀ ਜੀਵੇ ਪਾਸ। ਕਹਿੰਦੇ ਉਹ ਕੁਛ ਇਸ ਜੀਵ ਨੂੰ ਮਿਲਦਾ ਹੈ। ਉਹ ਰਜ਼ਾ ਵਿੱਚ ਆਉਂਦੇ ਹਨ ਔਰ ਰਜ਼ਾ ਵਿੱਚ ਰਹਿ ਕੇ ਆਪਣਾ ਜੀਵਨ ਗੁਜ਼ਾਰ ਕਰਦੇ ਹਨ। ਉਹ ਸੋਚਦੇ ਹਨ ਮਿਹਨਤ ਕਰਕੇ ਜੋ ਪੱਲੇ ਆਇਆ ਹੈ, ਸਾਨੂੰ ਇਹੋ ਕੁਛ ਮਿਲਣਾ ਚਾਹੀਦਾ ਸੀ। ਚੋਰੀ ਹੋ ਜਾਵੇ ਤਾਂ ਸੋਚਦੇ ਨੇ ਅਸੀਂ ਜ਼ਰੂਰ ਇਹਦਾ ਚੁਰਾਇਆ ਹੋਣਾ ਹੈ, ਜਿਹੜਾ ਇਹ ਵੀ ਸਾਡੀ ਚੋਰੀ ਕਰਕੇ ਲੈ ਗਿਆ। ਉਹ ਇਹਦੇ 'ਚ ਵੀ ਖੁਸ਼ ਰਹਿੰਦੇ ਹਨ। ਕਹਿੰਦੇ ਨੇ ਇਸ ਤਰੀਕੇ ਨਾਲ ਉਹਨਾਂ ਦਾ ਜੀਵਨ ਜਿਹੜਾ ਹੈ ਕਦੀ ਡੋਲਦਾ ਨਹੀਂ ਹੈ। ਜੀਵਨ ਅਟਲ ਸੰਤਾਂ ਦਾ ਦੁਨੀਆ ਤੇ ਰਹਿੰਦਾ ਹੈ। ਉਹ ਕਿਸੇ ਅੱਗੇ ਹੱਥ ਨਹੀਂ ਅੜਦੇ, ਕਿਸੇ ਪਾਸੋਂ ਮੰਗਦੇ ਨਹੀਂ। ਉਹਨਾਂ ਨੂੰ ਪਤਾ ਹੈ ਮੰਗਿਆ ਤੰਗਿਆ ਜਿਹੜਾ ਹੈ ਇਹਦਾ ਲੇਖਾ ਵੀ ਦੇਣਾ ਪੈਂਦਾ ਹੈ। ਲਾਲਚ ਨਾਲ ਖੋਇਆ ਹੋਇਆ ਜਿਹੜਾ ਹੈ ਇਹਦਾ ਹਿਸਾਬ ਵੀ ਚੁਕਾਉਣਾ ਪੈਂਦਾ ਹੈ। ਤਾਂ ਉਹ ਆਪਣਾ ਹਿਸਾਬ ਸਾਫ਼ ਰੱਖਦੇ ਹਨ। ਤਾਂ ਉਹਨਾਂ ਨੂੰ ਮਾਲਕ ਤੇ ਭਰੋਸਾ ਹੈ, ਉਹਦੀ ਰਜ਼ਾ ਤੇ ਭਰੋਸਾ ਹੈ। ਅਸੀਂ ਸਭ ਰਜ਼ਾ ਤੋਂ ਟੁੱਟੇ ਹੋਏ ਹਾਂ। ਇਹੀ ਵਜ੍ਹਾ ਹੈ ਸਾਨੂੰ ਸ਼ਾਂਤੀ ਨਹੀਂ, ਬਲੱਡ ਪ੍ਰੈਸ਼ਰ ਸਾਨੂੰ ਹੁੰਦੇ ਨੇ, ਚਿੰਤਾ ਵਿੱਚ ਡੁੱਬੇ ਰਹਿੰਦੇ ਹਾਂ, ਗੈਸ ਟਰਬਲ ਹੋ ਜਾਂਦੀ ਹੈ, ਦਿਲ ਫੇਲ ਹੋਣ ਲੱਗ ਜਾਂਦੇ ਨੇ, ਕਈ ਚੀਜ਼ਾਂ ਹੁੰਦੀਆਂ ਹੈ। ਗੁਰਮੁਖਾਂ ਦੀ ਹਾਲਤ ਤੁਸੀਂ ਦੇਖੋ, ਉਹ ਇੰਨੇ ਸ਼ਾਂਤ ਹੁੰਦੇ ਹਨ, ਉਹਨਾਂ ਦੇ ਲਾਗੇ ਬਿਮਾਰੀਆਂ ਫਟਕਦੀਆਂ ਨਹੀਂ ਹੈ, ਉਹਨਾਂ ਦੀ ਸੁਰਤ ਸਦਾ ਜਵਾਨ ਰਹਿੰਦੀ ਹੈ। ਉਹ ਭਾਵੇਂ ਦੇਖਣ 'ਚ ਬੁੱਢੇ ਹੋ ਜਾਂਦੇ ਹਨ, 3-3 ਘੰਟੇ 4-4 ਘੰਟੇ ਚੌਂਕੀ ਮਾਰ ਕੇ ਬਿਠਾ ਕੇ ਗੱਲਾਂ ਕਰਾਉਂਦੇ ਰਹੋ, ਮਾਸਾ ਡੋਲਦੇ ਨਹੀਂ ਹੈ। ਅਸੀਂ 2 ਘੜੀਆਂ ਬੈਠਣਾ ਹੋਵੇ, ਕਦੀ ਪਾਸਾ ਉਸ ਪਾਸੇ ਪਰਤਦੇ ਹਾਂ, ਕਦੀ ਉਸ ਪਾਸੇ ਪਰਤਦੇ ਹਾਂ, ਕਦੀ ਗੋਡੇ ਚੁੱਕਦੇ ਹਾਂ, ਕਦੀ ਲੱਤਾਂ ਵਿਛਾਉਂਦੇ ਹਾਂ, ਕਦੀ ਕੁਛ ਕਰਦੇ ਹਾਂ। ਕਹਿੰਦੇ ਇਹ ਸਾਡੀ ਹਾਲਤ ਹੈ। ਅਸੀਂ ਇੱਥੋਂ ਤੱਕ ਨਕਾਰਾ ਜੀਵਨ ਜਿਹੜਾ ਹੈ ਬਤੀਤ ਕਰ ਰਹੇ ਹਾਂ। ਤੋ ਜਿਉਂ-ਜਿਉਂ ਗੁਰਮੁਖਾਂ ਦੀ ਸੋਭਤ 'ਚ ਬੈਠਦੇ ਹਾਂ, ਤਿਉਂ-ਤਿਉਂ ਜੀਵਨ ਦੀ ਸੋਝੀ ਆਉਂਦੀ ਹੈ। ਇਹ ਰਾਤ ਦਾ ਇੱਕ ਪਹਿਰ ਗੁਜ਼ਰ ਗਿਆ, ਕੀ ਭਾਵ ਜ਼ਿੰਦਗੀ ਦਾ ਇੱਕ ਹਿੱਸਾ ਨਿਕਲ ਗਿਆ। ਹੁਣ ਦੂਸਰਾ ਪਹਿਰ ਜਿਹੜਾ ਹੈ ਆਰੰਭ ਹੁੰਦਾ ਹੈ। ਦੂਸਰੇ ਪਹਿਰ ਵਿੱਚ ਵੀ ਅਸੀਂ ਦੇਖਣਾ ਹੈ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦਿੰਦੇ ਨੇ, ਕੀ ਸਮਝਾਉਂਦੇ ਨੇ। ਜੀ ਕਹੋ ਨਾਨਕ ਪ੍ਰਾਨੀ ਪਹਿਲੇ ਪਹਿਰੇ ਹੁਕਮ ਪਾਇਆ ਗਾ